ਸਤਨਾਮ। ਸ਼੍ਰੀ ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨ। ਤੂੰ ਸਾਹਿਬ ਗੁਣੀ ਨਿਧਾਨ। ਤੁਮਰੀ ਮਹਿਮਾ ਵਰਣ ਨ ਸਕੂੰ। ਤੁਮਰੀ ਮਹਿਮਾ ਵਰਣ ਨ ਸਕੂੰ। ਤੂੰ ਠਾਕੁਰ ਊਚ ਭਗਵਾਨ। ਤੂੰ ਠਾਕੁਰ ਊਚ ਭਗਵਾਨ। ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਸਿਫਤਾਂ ਕਰੀਏ ਆਪਣੇ ਸਾਹਿਬ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ। ਕਵਨ ਕਵਨ ਗੁਣ ਗਾਵਾਂ ਆਪਣੇ ਸਾਹਿਬ ਦੇ। ਕਵਨ ਕਵਨ ਗੁਣ ਗਾਵਾਂ ਆਪਣੇ ਸਾਹਿਬ ਦੇ। ਕਵਨ ਕਵਨ ਗੁਣ ਗਾਵਾਂ ਆਪਣੇ ਸਾਹਿਬ ਦੇ। ਕਵਨ ਗੁਣ ਗਾਵਾਂ ਆਪਣੇ ਸਾਹਿਬ ਦੇ। ਕੌਣ ਜਾਣੇ ਗੁਣ ਤੇਰੇ।
ਗਰੀਬਾਂ ਨੂੰ ਨਿਵਾਜਣ ਵਾਲਿਆ, ਗਰੀਬਾਂ ਨੂੰ ਨਿਵਾਜਣ ਵਾਲਿਆ, ਗਰੀਬਾਂ ਨੂੰ ਨਿਵਾਜਣ ਵਾਲਿਆ, ਗਰੀਬਾਂ ਨੂੰ ਨਿਵਾਜਣ ਵਾਲਿਆ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ। ਸੰਗਤ ਗੁਰੂ ਫਤਿਹ ਦੀ ਸਾਂਝ ਪਾਈਏ, ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਕਿਰਪਾ ਕੀਤੀ, 3 ਦਿਨ ਗੁਰਮਤਿ ਸਮਾਗਮਾਂ ਦਾ ਲਾਹਾ ਪ੍ਰਾਪਤ ਹੋਇਆ ਹੈ। ਅੱਜ ਤੀਸਰੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਹਾਂ। ਰਾਤ ਵੀ ਆਪ ਸੰਗਤਾਂ ਨੇ ਆਨੰਦ ਮਾਣਿਆ। ਆਓ ਕੁਝ ਸਮੇਂ ਵਾਸਤੇ ਹੋਰ ਆਪਾਂ ਯਤਨ ਕਰੀਏ, ਥੋੜੇ ਸਮੇਂ ਤੋਂ ਬਹੁਤਾ ਲਾਹਾ ਲਈਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਸਤਿਗੁਰੂ ਜੀ ਗੁਣਾਂ ਦੇ ਨਿਦਾਨ ਹਨ, ਗੁਣਾਂ ਦੇ ਖਜ਼ਾਨੇ ਹਨ। ਗੁਣੀ ਨਿਦਾਨ ਨੇ ਸਤਿਗੁਰੂ ਗੁਣ ਬਖਸ਼ਦੇ ਆ। ਚੰਦਨ ਦੇ ਕੋਲ ਜਾ ਕੇ ਕਹਿਣਾ ਨਹੀਂ ਪੈਂਦਾ ਵੀ ਸਾਨੂੰ ਸੁਗੰਧੀ ਦੇ, ਅੱਗ ਦੇ ਕੋਲ ਜਾ ਕੇ ਕਹਿਣਾ ਨਹੀਂ ਪੈਂਦਾ ਵੀ ਮੈਨੂੰ ਸੇਕ ਦੇ ਦੇ, ਬਰਫ਼ ਦੇ ਕੋਲ ਜਾ ਕੇ ਕਹਿਣਾ ਨਹੀਂ ਪੈਂਦਾ ਮੈਨੂੰ ਠੰਡ ਦੇ ਦੇ। ਉਹਨੇ ਆਪਣੇ ਆਪ ਠੰਡ ਦੇ ਦੇ। ਸੁਭਾਅ ਹੈ ਚੰਦਨ ਦਾ, ਸੁਭਾਅ ਹੈ ਉਹਨੇ ਖੁਸ਼ਬੂ ਦੇਣੀ ਹੋਈ ਦੇਣੀ ਹੈ, ਬਸ ਕੋਲੇ ਜਾਣ ਦੀ ਦੇਰ ਹੈ। ਫੁੱਲਾਂ ਕੋਲੇ ਜਾ ਕੇ ਵਾਸ਼ਨਾ ਆਏਗੀ ਆਏਗੀ। ਜਿਹੜੇ ਫੁੱਲ ਅਸਲੀ ਨੇ, ਨਕਲੀ ਕੋਲੇ ਜਾ ਕੇ ਨਹੀਂ ਆਉਂਦੀ। ਨਕਲੀ ਫੁੱਲਾਂ 'ਚੋਂ ਸੁਗੰਧੀ ਨਹੀਂ ਆਇਆ ਕਰਦੀ। ਫੁੱਲ ਅਸਲੀ ਹੋਵੇ ਉਹਨੇ ਸੁਗੰਧੀ ਦੇ ਦੇਣੀ। ਇਹੀ ਗੁਰੂ ਦਾ ਸੁਭਾਅ ਹੈ। ਜਦੋਂ ਗੁਰੂ ਦੇ ਕੋਲੇ ਆਵਾਂਗੇ ਤੇ ਸਤਿਗੁਰਾਂ ਨੇ ਗੁਣ ਦੇ ਹੀ ਦੇਣੇ। ਮਹਾਰਾਜ ਗੁਣ ਵੰਡਦੇ, ਗੁਣਾਂ ਦੇ ਨਿਧਾਨ ਹਨ, ਗੁਣਾਂ ਦੇ ਨਿਧਾਨ ਹਨ, ਗੁਣਾਂ ਦੇ ਖਜ਼ਾਨੇ ਹਨ। ਸਤਿਗੁਰਾਂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਕਿਸੇ ਬੰਦੇ ਦੇ ਗੁਣ ਗਾਉਣ ਲੱਗ ਜਾਓ ਮੁੱਕ ਜਾਣਗੇ। ਕਿਸੇ ਦੀ ਵਡਿਆਈ ਵੀ ਫਲਾਣਾ ਬੰਦਾ ਬੜਾ ਪੜ੍ਹਿਆ ਲਿਖਿਆ ਹੈ, ਬਹੁਤ ਗਿਆਨਵਾਨ ਹੈ। ਬੰਦੇ ਦੀ ਵਡਿਆਈ ਕਿੰਨਾ ਕੁ ਚਿਰ ਕਰ ਲਾਂਗੇ? ਅੱਧੇ ਘੰਟੇ 'ਚ, ਘੰਟੇ 'ਚ, 1.5 ਘੰਟੇ 'ਚ, 2 ਘੰਟਿਆਂ 'ਚ ਮੁੱਕ ਜਾਏਗੀ। ਕਿੰਨਾ ਕੁ ਚਿਰ ਸਿਫਤ ਕਰੋਗੇ ਕਿਸੇ ਬੰਦੇ ਦੀ? 1-2 ਘੰਟਿਆਂ ਵਿੱਚ ਸਿਫਤਾਂ ਮੁੱਕ ਜਾਣਗੀਆਂ। ਕਿਸੇ ਪਿੰਡ ਦੀ ਸਿਫਤ ਕਰਨ ਲੱਗ ਜਾਓ, ਸ਼ਹਿਰ ਦੀ, ਫਲਾਣਾ ਸ਼ਹਿਰ ਬੜਾ ਵਧੀਆ ਹੈ, ਤੇ ਸਿਫਤਾਂ ਮੁੱਕ ਜਾਣਗੀਆਂ। ਪਰ ਜੇ ਗੁਰੂ ਦੀ ਕੋਈ ਸਿਫਤ ਕਰਨ ਲੱਗ ਜਾਏ, ਕੋਈ ਗੁਰੂ ਦੀ ਵਡਿਆਈ ਕਰਨ ਲੱਗ ਜਾਏ, ਕੋਈ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਏ, ਸਿਫਤਾਂ ਕਰਨ ਵਾਲਾ ਤਾਂ ਮੁੱਕ ਸਕਦਾ ਪਰ ਸਿਫਤਾਂ ਨਹੀਂ ਮੁੱਕਣੀਆਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਉਹ ਐਡਾ ਵੱਡਾ ਦਾਤਾ ਹੈ, ਉਹਦੀ ਕਲਾ ਨੂੰ ਹੀ ਨਹੀਂ ਆਪਾਂ ਸਮਝ ਸਕੇ, ਉਹ ਕਲਾਕਾਰ ਨੂੰ ਸਮਝਣਾ ਤੇ ਬਹੁਤ ਦੂਰ ਦੀ ਗੱਲ ਹੈ। ਉਹਦੀ ਕਿਰਤ ਨੂੰ ਨਹੀਂ ਸਮਝ ਸਕਦੇ ਆਪਾਂ। ਉਹ ਐਡਾ ਵੱਡਾ ਕਲਾਕਾਰ ਹੈ ਪਰਮਾਤਮਾ, ਉਹਦੇ ਗੁਣਾਂ ਨੂੰ ਕੀ ਗਾਵਾਂਗੇ? ਵੇਖੋ ਸਾਡਾ ਸਰੀਰ ਸਾਡੀ ਘਾੜਤ ਘੜੀ ਹੈ। ਆ ਸਾਡੇ ਸਰੀਰ ਦੀ ਰਚਨਾ ਰਚੀ ਹੈ। ਜੀਓ ਪਿੰਡ, ਇੱਕ ਦੀ ਸ਼ਕਲ ਦੂਜੇ ਨਾਲ ਨਹੀਂ ਮਿਲੇਗੀ। ਕੋਈ ਬੰਦਾ ਮੂਰਤੀਆਂ ਬਣਾਉਣ ਲੱਗ ਜਾਏ, ਵੱਧ ਤੋਂ ਵੱਧ 10 ਮੂਰਤੀਆਂ ਵੱਖੋ ਵੱਖਰੀਆਂ ਬਣਾ ਸਕਦਾ ਹੈ। ਉਸ ਤੋਂ ਬਾਅਦ ਉਹ ਮੂਰਤੀਆਂ ਇੱਕ ਦੂਜੇ ਨਾਲ ਮੇਲ ਖਾਣ ਲੱਗ ਜਾਣਗੀਆਂ ਵੀ ਆ ਤਾਂ ਇਹਦੇ ਵਰਗੀ ਬਣ ਗਈ, ਆਹ ਮੂਰਤੀ ਇਦਾਂ ਦੀ ਬਣ ਗਈ। ਪਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀਆਂ ਮੂਰਤਾਂ ਘੜੀਆਂ ਨੇ, ਆਪਾਂ ਕਿੰਨੇ ਬੈਠੇ ਆ ਵੇਖੋ ਇੱਥੇ। ਇੱਕ ਪਿੰਡ ਦੇ ਵਿੱਚ ਐਸੇ ਬੰਦੇ ਨਹੀਂ ਹੁੰਦੇ, ਕੋਈ ਹੁੰਦਾ ਜਿਹੜਾ ਜੁੜਵਾ ਹੁੰਦੇ ਨੇ, ਜੋੜੇ ਆਪਾਂ ਕਹਿੰਦੇ ਨੇ ਵੀ ਜੋੜੇ ਹੋਏ ਸੀ, ਉਹਨਾਂ ਦਾ ਹੋ ਸਕਦਾ ਵੀ ਮਾੜਾ ਮੋਟਾ ਫੇਸ ਇੱਕੋ ਜਿਹਾ ਹੋਵੇ।
ਨਾ ਆਪਾਂ ਪਛਾਣ ਕਰ ਸਕੀਏ। ਆਮ ਤੌਰ ਤੇ ਬੰਦੇ ਨੂੰ ਚਿਹਰੇ ਤੋਂ ਪਛਾਣਿਆ ਜਾਂਦਾ, ਨਾਮ ਤੋਂ ਘੱਟ, ਫੇਸ ਤੋਂ ਜ਼ਿਆਦਾ ਜਾਣਦੇ। ਆਪਾਂ ਕਹਿੰਦੇ ਆ ਫਲਾਣੇ ਨੂੰ ਜਾਣਦਾ ਹੈ, ਫਲਾਣੇ ਨੂੰ ਜਾਣਦਾ ਹੈ, ਆਪਾਂ ਕਹਿੰਦੇ ਆ ਨਾ ਬਈ ਨਾ ਤਾਂ ਸੁਣਿਆ ਲੱਗਦਾ ਪਰ ਚਿਹਰਾ ਦੇਖ ਕੇ ਪਛਾਣ ਆ ਜਾਊ। ਪਛਾਣ ਹੈ ਨਾ ਇੱਕ ਚਿਹਰੇ ਦੀ। ਦੇਖੋ ਕਿੱਡਾ ਵੱਡਾ ਕਲਾਕਾਰ ਹੈ, ਉਹਨੇ ਇੱਕ ਦੂਜੇ ਵਰਗਾ ਨਹੀਂ ਬਣਾਇਆ, ਅਲੱਗ-ਅਲੱਗ ਪਛਾਣ ਦਿੱਤੀ। ਜਿੰਨੇ ਵੀ ਜੀਵ ਜੰਤੂ ਹੈ, ਮੱਝ ਵਰਗੀਆਂ ਸਾਰੀਆਂ ਹੁੰਦੀਆਂ, ਪਰ ਪਛਾਣ ਕਈਆਂ ਦੇ ਸਿੰਗਾਂ ਤੋਂ ਆ ਜਾਂਦੀ ਹੈ, ਕਿਸੇ ਦੀ ਪੂਛ ਤੋਂ ਪਛਾਣ ਆ ਜਾਂਦੀ ਹੈ। ਪਰ ਚਿਹਰਾ ਤਾਂ ਇੱਕੋ ਜਿਹਾ ਹੀ ਹੈ ਨਾ, ਹੈ ਤੇ ਉਦਾਂ ਦੀ ਹੈ। ਇੱਕ ਕੁੱਤੇ ਵਰਗੇ ਕਈ ਕੁੱਤੇ ਹੁੰਦੇ ਆ, ਪਰ ਜਿਹੜੀ ਸਾਡੀ ਪਛਾਣ ਹੈ ਇਹ ਵੱਖਰੀ ਹੈ। ਮੇਰੇ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਏ ਨਾ ਕਿਸੇ ਹੀ ਜਿਹਾ ਉਪਾਇਆ। ਉਹਨੇ ਇੱਕ ਵਰਗਾ ਦੂਜਾ ਨਹੀਂ ਪੈਦਾ ਕੀਤਾ। ਐਡਾ ਮਹਾਨ ਕਲਾਕਾਰ ਅਕਾਲ ਪੁਰਖ ਵਾਹਿਗੁਰੂ, ਜਿਹਦੀ ਕਲਾ ਨੂੰ ਸਮਝਣਾ ਬੜਾ ਔਖਾ ਹੈ, ਕਲਾਕਾਰ ਨੂੰ ਸਮਝਣਾ ਤੇ ਦੂਰ ਦੀ ਗੱਲ ਹੈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰ। ਇੱਕੋ ਹੀ ਮਿੱਟੀ ਹੈ, ਚੰਮ ਤਾਂ ਸਾਰਿਆਂ ਕੋਲੇ ਉਹੀ ਹੈ, ਹੱਟ ਚੰਮ ਉਹੀ। ਉੱਥੇ ਹੀ ਦੋ ਅੱਖਾਂ ਲੱਗੀਆਂ ਨੇ, ਉੱਥੇ ਹੀ ਨੱਕ ਲੱਗਿਆ, ਉੱਥੇ ਹੀ ਜੀਭ ਲੱਗੀ ਹੈ। ਅੰਗ ਤਾਂ ਉੱਥੇ ਹੀ ਲੱਗੇ ਨੇ ਨਾ, ਅੱਖਾਂ ਵੀ ਉੱਥੇ ਹੀ ਲੱਗੀਆਂ ਨੇ, ਨੱਕ ਵੀ ਉੱਥੇ ਹੀ ਲੱਗਿਆ ਤੇ ਹੱਡ ਚੰਮ ਵੀ ਉਹੀ ਹੈ, ਸਾਰਿਆਂ 'ਚ ਖੂਨ ਵੀ ਹੈ। ਪਰ ਪਰਮਾਤਮਾ ਨੇ ਇੰਨੀ ਕੁ ਭਿੰਨਤਾ ਪਾ ਦਿੱਤੀ ਵੀ ਤੈਨੂੰ ਤੇਰਾ ਵੱਖਰਾ ਹੀ ਰੂਪ ਬਣਾਇਆ ਹੈ, ਤੇਰੀ ਪਛਾਣ ਵੱਖਰੀ ਹੈ। ਆ ਵੇਖੋ ਆਧਾਰ ਕਾਰਡ ਬਣਦੇ ਨੇ ਪਿੰਡਾਂ 'ਚ, ਆਇਡੈਂਟੀਟੀ ਹੈ, ਪਛਾਣ ਪੱਤਰ ਬਣਦੇ ਨੇ, ਉਹਦੇ ਉੱਤੇ ਫਿੰਗਰਪ੍ਰਿੰਟ ਲਏ ਜਾਂਦੇ ਆ। ਉੱਥੇ ਜਦੋਂ ਆਧਾਰ ਕਾਰਡ ਬਣਦਾ ਕੀ ਕਹਿੰਦੇ ਆ, ਕਹਿੰਦੇ ਅੰਗੂਠਾ ਰੱਖ ਆਪਣੀਆਂ ਉਂਗਲਾਂ ਦੇ ਨਿਸ਼ਾਨ ਦੇ। ਕਈ ਵਾਰੀ ਕਿਸੇ ਪਿੰਡ ਵਿੱਚ ਕੋਈ ਵਾਰਦਾਤ ਹੋ ਜਾਏ, ਕੋਈ ਕਤਲ ਵਗੈਰਾ ਹੋ ਜਾਏ, ਤੇ ਫਿਰ ਸਾਰੇ ਪਿੰਡ ਤੋਂ ਇਕੱਠੇ ਕਰਕੇ ਫਿੰਗਰਪ੍ਰਿੰਟ ਲੈਂਦੇ ਆ, ਭਾਈ ਉਂਗਲਾਂ ਦੇ ਨਿਸ਼ਾਨ ਦਿਖਾਓ ਆਪਣੇ। ਇਹ ਉਂਗਲਾਂ ਦੇ ਨਿਸ਼ਾਨ ਵੀ ਐਸੇ ਨੇ, ਤੁਹਾਡੀਆਂ ਅੱਖਾਂ ਦੇ ਵੀ ਇੱਕ ਦੂਜੇ ਨਾਲ ਇਹ ਅੰਗ ਮੇਲ ਨਹੀਂ ਖਾਂਦੇ। ਟੈਸਟ ਹੁੰਦੇ ਆ ਜਿੱਥੇ ਪਾਸਪੋਰਟ ਦੇ ਉੱਤੇ ਖੜਾ ਕੇ ਅੱਖਾਂ ਦੇ ਵੀ ਉਹ ਕੈਮਰਾ ਲਾ ਕੇ ਵੇਖਦੇ ਆ ਵੀ ਇਹ ਬੰਦਾ ਕੌਣ ਹੈ, ਨਾਲ ਦੀ ਨਾਲ ਤੁਹਾਡਾ ਨਾਮ ਆ ਜਾਂਦਾ ਕੰਪਿਊਟਰ ਤੇ। ਤੁਹਾਡੇ ਫਿੰਗਰਪ੍ਰਿੰਟ ਤੋਂ ਤੁਹਾਡਾ ਨਾਮ ਪਛਾਣਿਆ ਜਾਂਦਾ ਵੀ ਫਲਾਣਾ ਬੰਦਾ ਫਲਾਣੇ ਪਿੰਡ ਦਾ, ਤੁਹਾਡੇ ਅੰਗੂਠੇ ਦੇ ਨਿਸ਼ਾਨ ਤੋਂ। ਦੇਖੋ ਕਿੰਨੀ ਵੱਡੀ ਰਚਨਾ ਹੈ। ਫਿਰ ਸਮਝ ਲਾਂਗੇ ਕਿਤੇ ਉਹਦੀਆਂ ਖੇਡਾਂ। ਸਰੀਰ ਦੇ ਵਿੱਚ ਬਰੀਕ ਤੋਂ ਬਰੀਕ ਨਾੜੀਆਂ ਨੇ ਸਾਡੇ ਅੰਦਰ, ਬਰੀਕ ਤੋਂ ਬਰੀਕ, ਪਰ ਪਤਾ ਨਹੀਂ ਕਿਵੇਂ ਇਹ ਸਾਰਾ ਸਰਕੂਲੇਸ਼ਨ ਪਰਮਾਤਮਾ ਚਲਾ ਰਿਹਾ ਸਾਡੇ ਸਰੀਰ ਦਾ। ਮਾੜੀ ਜੀ ਨਾੜ ਬਲੌਕ ਹੋ ਜਾਏ, ਡਾਕਟਰਾਂ ਨੇ ਕਹੀ ਦੇਣਾ ਵੀ ਨਾੜ ਬੰਦ ਹੋ ਗਈ ਸੀ, ਨਾੜ ਬੰਦ ਹੋ ਗਈ ਸੀ ਤਾਂ ਚੜ੍ਹਾਈ ਕਰ ਗਿਆ। ਪਰ ਜੇ ਚੱਲੀ ਜਾਂਦਾ ਸਾਰਾ ਕੁਝ ਸਹੀ ਤੇ ਪਰਮਾਤਮਾ ਚਲਾ ਰਿਹਾ। ਅੱਖਾਂ ਤੇ ਉਹੀ ਹੁੰਦੀਆਂ ਨੇ, ਜਦੋਂ ਡੈੱਡ ਹੋ ਜਾਂਦੀਆਂ ਫਿਰ ਦੇਖਣੋਂ ਕਿਉਂ ਹਟ ਜਾਂਦਾ ਹੈ। ਦਿਲ ਬੀਬੀਆਂ ਰੋਂਦੀਆਂ ਨੇ, ਭਾਈ ਰੋਂਦੇ ਆ, ਪੁੱਤਰ ਧੀਆਂ ਰੋਂਦੇ ਨੇ, ਫਿਰ ਕਿਉਂ ਨਹੀਂ ਉੱਠਦਾ, ਫਿਰ ਕਿਉਂ ਨਹੀਂ ਸੁਣਦਾ? ਕਿਉਂਕਿ ਜਿਹੜਾ ਵਿੱਚ ਬਹਿ ਕੇ ਸੁਣਦਾ ਸੀ ਉਹ ਨਿਕਲ ਗਿਆ, ਜਿੰਦ ਨਿਕਲ ਗਈ। ਜੀਓ ਪਾਏ ਜਿੰਦ ਪਾਈ ਹੈ ਤੇਰੇ ਸਰੀਰ ਵਿੱਚ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਪ੍ਰਵਾਨ। ਇਸ ਕਰਕੇ ਉਹਦੇ ਗੁਣਾਂ ਨੂੰ ਆਪਾਂ ਗਾ ਨਹੀਂ ਸਕਦੇ, ਉਹਦੀ ਕਿੰਨੀ ਕੁ ਸਿਫਤ ਕਰਾਂਗੇ। ਸਾਰੀ ਉਮਰ ਲੱਗੇ ਰਹੀਏ, ਉਹ ਸਿਫਤਾਂ ਮੁੱਕਣ ਵਾਲੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਪ੍ਰਗਟ ਸਿੰਘ ਜੀ ਆਪ ਜੀ ਨੂੰ ਮੂਲ ਮੰਤਰ ਸ਼ਰਵਣ ਕਰਵਾ ਰਹੇ ਸੀ। ਮੂਲ ਮੰਤਰ ਦੇ ਅਰਥ ਕੀ ਨੇ? ਇੱਕ ਓੰਕਾਰ ਦੀ ਜੇ ਕਥਾ ਕਰਨ ਲੱਗ ਜਾਈਏ ਤੇ ਭਾਵੇਂ ਸਾਰੀ ਉਮਰ ਕਰੀ ਚੱਲੀਏ, ਕਿਉਂਕਿ ਸਾਰੀ ਗੁਰਬਾਣੀ ਇੱਕ ਓੰਕਾਰ ਦੇ ਦੁਆਲੇ ਘੁੰਮਦੀ ਹੈ। ਸਾਰੀ ਗੁਰਬਾਣੀ ਵਿੱਚ ਉਪਦੇਸ਼ ਕੀ ਦਿੱਤਾ ਹੈ ਵੀ ਪਰਮਾਤਮਾ ਇੱਕ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ। ਸਾਡਾ ਸਾਰਿਆਂ ਦਾ ਪਿਤਾ ਇੱਕੋ ਹੀ ਹੈ, ਪਰਮਾਤਮਾ ਇੱਕ ਦੇ ਦੁਆਰੇ। ਬੜਿਆਂ ਨੇ ਨਾਮ ਦਿੱਤਾ, ਕੋਈ ਕੁਝ ਕਹਿੰਦਾ ਸੀ, ਕੋਈ ਕੁਝ ਕਹਿੰਦਾ ਸੀ, ਕੋਈ ਓਮ ਕਹਿੰਦਾ ਸੀ, ਕੋਈ ਓਮਕਾਰ ਕਹਿੰਦਾ ਸੀ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਣੀ ਸ਼ੁਰੂ ਹੀ ਇੱਥੋਂ ਕੀਤੀ ਹੈ, ਇੱਕ ਓੰਕਾਰ।
ਵੀ ਪ੍ਰਮਾਤਮਾ ਇੱਕ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ। ਨਾ ਹੀ ਕੋਈ ਇਹ ਕਹਿ ਸਕਦਾ ਵੀ ਪ੍ਰਮਾਤਮਾ ਨੂੰ ਮੈਂ ਥਾਪਿਆ। ਕਹਿ ਸਕਦੇ ਹਾਂ ਆਪਾਂ ਪਿੰਡ ਦਾ ਸਰਪੰਚ ਥਾਪਦੇ ਆ ਤੇ ਕਹਿ ਦਿੰਦੇ ਆ ਨਾ ਵੀ ਅਸੀਂ ਥਾਪਿਆ ਸਰਪੰਚ, ਅਸੀਂ ਵੋਟਾਂ ਪਾਈਆਂ ਨੇ ਤਾਂ ਬਣਿਆ, ਅਸੀਂ ਵੋਟਾਂ ਪਾਈਆਂ, ਕਹਿ ਸਕਦੇ ਆ ਨਾ ਇਹ ਗੱਲ। ਪ੍ਰਧਾਨ ਚੁਣਿਆ ਕਿਸੇ ਕਮੇਟੀ ਦਾ, ਆਪਾਂ ਕਹਿੰਦੇ ਆ ਅਸੀਂ ਚੁਣਿਆ, ਅਸੀਂ ਥਾਪਿਆ। ਪਰ ਰੱਬ ਨੂੰ ਕਹਿ ਸਕਦੇ ਆ ਵੀ ਰੱਬ ਮੈਂ ਬਣਾਇਆ, ਰੱਬ ਅਸੀਂ ਥਾਪਿਆ। ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਦੁਨੀਆ ਨੂੰ ਅਸੀਂ ਥਾਪ ਸਕਦੇ ਆ, ਸਰਪੰਚ ਥਾਪ ਸਕਦੇ ਆ, ਪ੍ਰਧਾਨ ਥਾਪ ਸਕਦੇ ਆ, ਸੈਕਟਰੀ ਥਾਪ ਸਕਦੇ ਆ, ਪਰ ਰੱਬ ਨੂੰ ਥਾਪਿਆ ਨਹੀਂ ਜਾ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਬਣਿਆ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਿਆ। ਜੇ ਕਿਸੇ ਦਾ ਬਣਾਇਆ ਹੋਇਆ ਪਰਮਾਤਮਾ ਬਣਿਆ ਹੁੰਦਾ, ਫਿਰ ਤਾਂ ਬਣਾਉਣ ਵਾਲਾ ਜਦੋਂ ਮਰਜ਼ੀ ਰੱਬ ਨੂੰ ਹਟਾ ਦਿੰਦਾ, ਨਵਾਂ ਰੱਬ ਬਣਾ ਦਿੰਦਾ। ਬਣਾਉਣ ਵਾਲਾ ਵੱਡਾ ਹੈ, ਬਣੀ ਹੋਈ ਚੀਜ਼ ਛੋਟੀ ਹੁੰਦੀ ਹੈ। ਰੱਬ ਕਿਸੇ ਦੀ ਕਿਰਤ ਨਹੀਂ, ਉਹ ਕਰਤਾ ਪੁਰਖ ਹੈ। ਇਸੇ ਕਰਕੇ ਆਖੀਦਾ ਭਾਈ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ। ਐਡਾ ਮਹਾਨ ਹੈ। ਆਪਾਂ ਇੱਕ ਧਾਰਨਾ ਪੜ੍ਹਦੇ ਹੁੰਦੇ ਆ ਕਈ ਵਾਰੀ, ਪ੍ਰਭਾਤ ਫੇਰੀਆਂ 'ਚ ਵੀ, ਪਿੰਡਾਂ 'ਚ ਪੜ੍ਹਦੇ ਆ, ਬਹੁਤ ਮਸ਼ਹੂਰ ਹੈ। ਕੀ ਆਖਿਆ ਜਾਂਦਾ ਹੈ, ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ। ਆਮ ਇਹ ਪੜ੍ਹਦੇ ਆ ਨਾ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ। ਕੀ ਗੁਰੂ ਨਾਨਕ ਦਾ ਦਰ ਇਮਾਰਤਾਂ ਕਰਕੇ ਉੱਚਾ? ਕੀ ਗੁਰੂ ਨਾਨਕ ਦਾ ਘਰ ਇਸ ਕਰਕੇ ਉੱਚਾ ਵੀ ਨਿਉਆਂ ਬੜੀਆਂ ਡੂੰਘੀਆਂ ਪੱਟੀਆਂ ਸੀ, ਬੜੀ ਭਰਤ ਪਾ ਕੇ, ਮਿੱਟੀ ਪਾ ਕੇ ਤਾਂ ਉੱਚਾ ਬਣਾਤਾ, ਉੱਚੇ ਉੱਚੇ ਗੁੰਮਦ ਨੇ। ਗੁਰੂ ਨਾਨਕ ਦਾ ਦਰ ਇਮਾਰਤਾਂ ਕਰਕੇ ਉੱਚਾ ਨਹੀਂ। ਜੇ ਇਮਾਰਤਾਂ ਦੀ ਗੱਲ ਹੈ ਤੇ ਇਧਰ ਵੱਡੇ ਵੱਡੇ ਸ਼ਹਿਰਾਂ ਵਿੱਚ, ਮੁਹਾਲੀ ਚਲੇ ਜਾਓ, ਚੰਡੀਗੜ੍ਹ, ਅੱਗੇ ਬੰਬੇ, ਦਿੱਲੀ ਚਲੇ ਜਾਓ, ਵੱਡੀਆਂ ਇਮਾਰਤਾਂ ਨੇ। ਬਾਹਰਲੇ ਦੁਬਈ ਦੇ ਵਿੱਚ ਸਭ ਤੋਂ ਉੱਚੀ ਇਮਾਰਤ ਹੈ। ਬਾਹਰਲੇ ਦੇਸ਼ਾਂ ਵਿੱਚ, ਦੁਬਈ ਦੇ ਵਿੱਚ ਬਹੁਤ ਉੱਚੀਆਂ ਇਮਾਰਤਾਂ ਨੇ। ਗੁਰੂ ਨਾਨਕ ਦਾ ਘਰ ਇਮਾਰਤਾਂ ਕਰਕੇ ਉੱਚਾ ਨਹੀਂ, ਗੁਰੂ ਨਾਨਕ ਦਾ ਘਰ ਸਿਧਾਂਤਾਂ ਕਰਕੇ ਉੱਚਾ ਹੈ, ਮਰਜ਼ਾਦਾ ਕਰਕੇ ਉੱਚਾ ਹੈ। ਜਿਹੜਾ ਸਿਧਾਂਤ ਗੁਰੂ ਨਾਨਕ ਦੇ ਘਰ ਦਾ, ਜਿਹੜੀ ਮਰਜ਼ਾਦਾ ਗੁਰੂ ਨਾਨਕ ਦੇ ਘਰ ਦੀ ਹੈ, ਇਹ ਕਿਤੇ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗੀ। ਇੱਥੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ ਮਿਲਦੀ। ਪਰਸੋਂ ਮੈਂ ਬੇਨਤੀ ਕੀਤੀ ਸੀ, ਭਗਤ ਪੂਰਨ ਸਿੰਘ ਹਿੰਦੂ ਪਰਿਵਾਰ ਦੇ ਵਿੱਚ ਜਨਮ ਹੋਇਆ। ਮਾਂ ਦਾ ਦੂਸਰਾ ਵਿਆਹ ਕੀਤਾ ਸੀ ਮਾਤਾ ਮਹਿਤਾਬ ਕੌਰ ਦਾ। ਇੱਕ ਸਿੱਖ ਦਾ ਸਰੂਪ ਵੇਖ ਕੇ, ਇੱਕ ਸਿੱਖ ਦਾ ਸਰੂਪ ਵੇਖ ਕੇ ਮਹਿਤਾਬ ਵਾਹਿਗੁਰੂ ਭਗਤ ਪੂਰਨ ਸਿੰਘ ਦੇ ਅੰਦਰ ਇਹ ਭਾਵਨਾ ਪੈਦਾ ਹੋਈ ਵੀ ਮੈਂ ਵੀ ਸਿੱਖ ਬਣਾ। ਮਰਜ਼ਾਦਾ ਵੇਖੀ। ਭਗਤ ਪੂਰਨ ਸਿੰਘ ਮੰਦਿਰ ਵਿੱਚ ਗਏ, ਪੁਜਾਰੀਆਂ ਨੂੰ ਆਖਿਆ ਮੈਂ ਸੇਵਾ ਕਰਾਉਣੀ ਚਾਹੁੰਦਾ, ਕਹਿੰਦੇ ਕਰ ਲੈ ਸੇਵਾ। ਸੇਵਾ ਕਰਾਈ ਗਏ ਸਾਰੀ ਦਿਹਾੜੀ। ਸ਼ਾਮ ਨੂੰ ਜਦੋਂ ਪ੍ਰਸ਼ਾਦਾ ਆਇਆ, ਆਪ ਵੀ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣ ਵਾਸਤੇ, ਇੱਕ ਪੰਡਤ ਆਇਆ, ਬਾਂਹ ਤੋਂ ਫੜ ਕੇ ਠਾ ਕੇ ਕਹਿੰਦਾ ਉੱਥੇ ਜਾ ਕੇ ਬਹਿ ਜਾ, ਇੱਥੇ ਸਾਡੇ 'ਚ ਬਹਿ ਕੇ ਨਾ ਛਕ। ਤੂੰ ਸੇਵਾ ਜ਼ਰੂਰ ਕਰਾ ਸਕਦਾ ਹੈ, ਪਰ ਸਾਡੇ ਨਾਲ ਬਹਿ ਕੇ ਪ੍ਰਸ਼ਾਦਾ ਨਹੀਂ ਛਕ ਸਕਦਾ। ਪ੍ਰਸ਼ਾਦਾ ਨਹੀਂ ਤੈਨੂੰ ਇੱਥੇ ਮਿਲਣਾ ਸਾਡੇ ਨਾਲ। ਸੇਵਾ ਕਰਾ ਲਈ ਬਸ ਠੀਕ ਹੈ। ਹੁਣ ਕਿਸੇ ਨੂੰ ਏਡਾ ਵੱਡਾ ਨਰਾਦਰ ਕਿਸੇ ਦਾ ਕੀਤਾ ਜਾਏ, ਬਾਂਹ ਤੋਂ ਫੜ ਕੇ ਪੰਗਤ 'ਚੋਂ ਠਾ ਦਿੱਤਾ ਜਾਏ ਕਿ ਇੱਥੇ ਬਹਿ ਨਹੀਂ ਸਕਦਾ, ਤੂੰ ਜਾ ਬਾਹਰ ਚਲਾ ਜਾ, ਇੱਥੇ ਨਹੀਂ ਬਹਿ ਸਕਦਾ। ਕਿੱਡੀ ਵੱਡੀ ਬੇਇੱਜ਼ਤੀ ਹੈ, ਕਿੱਡਾ ਵੱਡਾ ਨਰਾਦਰ ਹੈ। ਪਰ ਜਦੋਂ ਭਗਤ ਪੂਰਨ ਸਿੰਘ ਅਜੇ ਸਿੰਘ ਨਹੀਂ ਸੀ ਬਣੇ, ਰਾਮ ਜੀ ਦਾਸ ਸੀ ਪਹਿਲਾ ਨਾਮ। ਆਪਾਂ ਪਰਸੋਂ ਮੈਂ ਸਾਰਾ ਵਿਸਥਾਰ ਵਿੱਚ ਬੇਨਤੀ ਕਰਕੇ ਗਿਆ। ਜਦੋਂ ਫਤਿਹਗੜ੍ਹ ਸਾਹਿਬ ਗਏ ਸੀ, ਮਹਾਰਾਜਾ ਭੁਪਿੰਦਰ ਸਿੰਘ ਬੈਠਾ ਸੀ ਕੋਲੇ, ਚਿੱਟੇ ਕੱਪੜੇ ਪਾਏ, ਸੋਹਣੀ ਦਸਤਾਰ ਬੰਨੀ ਹੈ, ਨਾਲ ਕਈ ਸੇਵਾਦਾਰ ਨੇ, ਬਰਾਬਰ ਬਹਿ ਕੇ ਪ੍ਰਸ਼ਾਦਾ ਛਕ ਰਹੇ ਆ। ਤੇ ਨਾਲ ਦਿਆਂ ਨੂੰ ਫਿਰ ਰਾਮ ਜੀ ਦਾਸ ਨਾਲ ਦੇ ਬੈਠੇ ਨੂੰ ਪੁੱਛਦਾ ਹੈ, ਕਹਿੰਦਾ ਇਹ ਕੌਣ ਨੇ? ਇੰਨੇ ਸੇਵਾਦਾਰ ਨਾਲ ਨੇ, ਇਹ ਬੜਾ ਸੋਹਣਾ ਇਹਨਾਂ ਦੇ ਪੋਸ਼ਾਕ ਪਾਈ ਹੈ, ਇਹ ਕੌਣ ਨੇ? ਨਾਲ ਦੇ ਨੇ ਦੱਸਿਆ, ਕਹਿੰਦੇ ਪਟਿਆਲੇ ਵਾਲਾ ਮਹਾਰਾਜਾ ਭੁਪਿੰਦਰ ਸਿੰਘ ਹੈ। ਵੇਖੋ ਕਿੰਨੀ ਵੱਡੀ ਫਿਰ ਇੱਥੇ ਮਾਣ ਮਿਲਿਆ। ਕਹਿੰਦਾ ਵਾਹ ਬਈ ਵਾਹ, ਦਰ ਹੋਵੇ ਤੇ ਐਸਾ ਹੋਵੇ ਜਿੱਥੇ ਮੇਰੇ ਵਰਗੇ ਭਿਖਾਰੀ ਨੂੰ ਤੇ ਮਹਾਰਾਜੇ ਨੂੰ ਇਕੱਠੇ ਨੂੰ ਬਹਿ ਕੇ ਪ੍ਰਸ਼ਾਦਾ ਛਕਾਇਆ ਜਾਏ, ਇਕੱਠੇ ਨੂੰ ਬਿਠਾ ਕੇ ਮੰਦਿਰ 'ਚੋਂ ਫੜ ਕੇ ਬਾਂਹ ਬਾਹਰ ਕੱਢ ਦਿੱਤਾ ਸੀ। ਇਹ ਗੁਰੂ ਨਾਨਕ ਦਾ ਘਰ, ਇਹ ਸਿਧਾਂਤ ਹੀ ਵੇਖਿਆ ਸੀ।
ਤਾਂ ਹੀ ਫਿਰ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣੇ, ਅੰਮ੍ਰਿਤ ਛਕਿਆ। ਸਾਡੀ ਕੁਆਲਿਟੀ ਕੀ ਹੈ? ਅਸੀਂ ਕਿੰਨਾ ਚੀਜ਼ਾਂ ਕਰਕੇ ਸਿੱਖ ਜਾਣਿਆ ਜਾਂਦਾ ਹੈ, ਮਰਜ਼ਾਦਾ ਕਰਕੇ, ਸਿਧਾਂਤਾਂ ਕਰਕੇ। ਗੁਰੂ ਨਾਨਕ ਦਾ ਦਰ ਬੜਾ ਉੱਚਾ ਹੈ। ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ, ਨਿਤਾਣਿਆਂ ਨੂੰ ਤਾਣ ਮਿਲਦਾ। ਜਦੋਂ ਗੁਰੂ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ, ਤੀਸਰੇ ਪਾਤਸ਼ਾਹ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਬੌਲੀ ਸਾਹਿਬ ਲਗਵਾਈ। ਵੇਖੋ, ਸੰਖੇਪ ਮਾਤਰ ਬੇਨਤੀ ਕਰ ਜਾ। ਪਹਿਲੇ ਪਾਤਸ਼ਾਹ ਨੇ 20 ਰੁਪਿਆਂ ਦਾ ਲੰਗਰ ਲਾਇਆ। ਪੂਰੀ ਸਾਖੀ ਨਹੀਂ, ਲੰਗਰ ਲਾਉਣ ਦੇ ਪਿੱਛੇ ਵੀ ਕੋਈ ਸਿਧਾਂਤ ਸੀ, ਪਰ ਮੋਟੀ ਜੀ ਗੱਲ ਸਮਝ ਲਓ ਵੀ 20 ਰੁਪਿਆਂ ਦਾ ਲੰਗਰ ਲਾਇਆ ਗੁਰੂ ਨਾਨਕ ਦੇਵ ਮਹਾਰਾਜ ਨੇ, ਸਾਰਿਆਂ ਨੂੰ ਇੱਕੋ ਜਿਹਾ ਪ੍ਰਸ਼ਾਦਾ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੇ ਪੰਗਤ ਦੀ ਮਰਿਆਦਾ ਤੋੜ ਦਿੱਤੀ ਵੀ ਪੰਗਤ ਦੇ ਵਿੱਚ ਬਹਿ ਕੇ ਸਾਰਿਆਂ ਨੇ ਇਕੱਠਿਆਂ ਨੇ ਪ੍ਰਸ਼ਾਦਾ ਛਕਣਾ, ਪੰਗਤ ਦੇ ਵਿੱਚ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਪੀਣ ਵਾਲਾ ਪਾਣੀ ਇੱਕ ਕਰ ਦਿੱਤਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਲਗਵਾ ਕੇ। ਤੁਸੀਂ ਦਰਸ਼ਨ ਕੀਤੇ ਹੋਣੇ ਆ, 84 ਪੌੜੀਆਂ ਨੇ ਬੌਲੀ ਸਾਹਿਬ ਦੀ। ਇਹ ਕਾਹਦੇ ਵਾਸਤੇ? ਵੀ ਅਮੀਰਾਂ ਦੇ ਖੂਹ ਵੱਖਰੇ ਸੀ, ਗਰੀਬਾਂ ਦੇ ਖੂਹ ਵੱਖਰੇ ਸੀ। ਗੁਰੂ ਅਮਰਦਾਸ ਪਾਤਸ਼ਾਹ ਨੇ ਅਮੀਰੀ ਤੇ ਗਰੀਬੀ ਦਾ ਕੋੜ ਕੱਢਣ ਵਾਸਤੇ ਇੱਕ ਸਾਂਝਾ ਖੂਹ ਲਵਾਤਾ, ਜਿਹਦਾ ਨਾਮ ਰੱਖ ਦਿੱਤਾ ਬੌਲੀ ਸਾਹਿਬ, ਜਿਹਦੇ ਵਿੱਚੋਂ ਜਾ ਕੇ ਪਾਣੀ ਕੋਈ ਵੀ ਪੀ ਸਕਦਾ, ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ। ਸਾਡਾ ਪੀਣ ਵਾਲਾ ਪਾਣੀ ਇੱਕ। ਤੀਸਰੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਰੋਵਰ ਬਣਵਾਇਆ, ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਸਰੋਵਰ ਬਣਵਾਇਆ। ਸਾਡਾ ਨਹਾਉਣ ਵਾਲਾ ਪਾਣੀ ਵੀ ਇੱਕ ਕਰ ਦਿੱਤਾ, ਵੀ ਜਿਹੜਾ ਵੀ ਆਵੇ ਇੱਕੋ ਹੀ ਪਾਣੀ 'ਚ ਇਸ਼ਨਾਨ ਕਰਨ, ਸਾਰੇ ਇੱਕੋ ਹੀ ਪਾਣੀ ਦੇ ਵਿੱਚ ਇੱਕ ਕਰ ਦਿੱਤਾ ਸਾਨੂੰ। ਪੰਜਵੇਂ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਭਗਤਾਂ ਦੀ, ਭੱਟਾਂ ਦੀ, ਗੁਰਸਿੱਖਾਂ ਦੀ, ਸਤਿਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਦਰਜ ਕਰ ਦਿੱਤੀ। ਨਾਮ ਰੱਖ ਦਿੱਤਾ ਪੋਥੀ ਸਾਹਿਬ ਜਾਂ ਆਦਿ ਸ੍ਰੀ ਗ੍ਰੰਥ ਸਾਹਿਬ। ਗੁਰੂ ਦਾ ਦਰਜਾ 10ਵੇਂ ਪਾਤਸ਼ਾਹ ਨੇ ਬਖਸ਼ਿਆ। ਪਰ ਸਤਿਕਾਰ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਹੀ ਇਸੇ ਤਰ੍ਹਾਂ ਹੁੰਦਾ ਆਇਆ ਬਾਣੀ ਦਾ। ਇਸੇ ਤਰ੍ਹਾਂ ਛਤਰ ਲੱਗਦੇ, ਇਸੇ ਤਰ੍ਹਾਂ ਤਖਤਾਂ ਤੇ ਬਿਰਾਜਮਾਨ ਹੁੰਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਸੇ ਤਰ੍ਹਾਂ ਚਬਰ ਝੂਲਦਾ। ਪੰਜਵੇਂ ਪਾਤਸ਼ਾਹ ਨੇ ਇਹ ਕਿੱਡਾ ਮਹਾਨ ਕਾਰਜ ਕੀਤਾ। ਇੱਕ ਸਥਾਨ ਬਣਾਇਆ, ਬਾਣੀ ਇੱਕ ਕਰ ਦਿੱਤੀ ਵੀ ਜਿਹੜਾ ਵੀ ਆਵੇ ਮੱਥਾ ਟੇਕ ਸਕਦਾ। ਲੰਗਰ ਸਾਰਿਆਂ ਲਈ, ਪ੍ਰਸ਼ਾਦਾ ਸਾਰਿਆਂ ਵਾਸਤੇ, ਇਸ਼ਨਾਨ ਸਾਰੇ ਕਰ ਸਕਦੇ ਆ ਇੱਕੋ ਹੀ ਪਾਣੀ 'ਚ। ਪੀਣ ਵਾਲਾ ਪਾਣੀ ਇੱਕ, ਇਸ਼ਨਾਨ ਵਾਲਾ ਪਾਣੀ ਇੱਕ, ਛਕਣ ਵਾਲਾ ਪ੍ਰਸ਼ਾਦਾ ਇੱਕ, ਇੱਕੋ ਜਿਹਾ, ਪੰਗਤ ਇੱਕ, ਕੇਂਦਰੀ ਅਸਥਾਨ ਇੱਕ, ਬਾਣੀ ਸੁਣੇ ਸਿੱਖ। ਹਰਿਮੰਦਰ ਸਾਹਿਬ ਦੇ ਵਿੱਚ ਬਹਿ ਕੇ ਬਰਾਬਰ ਰੱਖਿਆ। ਫਿਰ 10ਵੇਂ ਪਾਤਸ਼ਾਹ ਨੇ ਤਾਂ ਬਹੁਤ ਹੀ ਕਿਰਪਾ ਕਰ ਦਿੱਤੀ। ਸਾਡਾ ਸਾਰਿਆਂ ਦਾ ਮੂੰਹ ਇੱਕੋ ਹੀ ਬਾਟੇ ਨੂੰ ਲਵਾ ਕੇ ਊਚਤਾ ਤੇ ਨੀਚਤਾ ਦੇ ਭੇਦ ਭਾਵ ਖਤਮ ਕਰ ਦਿੱਤੇ। ਪਹਾੜੀ ਰਾਜੇ ਕਹਿੰਦੇ ਸੀ ਅੰਮ੍ਰਿਤ ਛਕ ਲਾਂਗੇ, ਬਾਟਾ ਵੱਖਰਾ ਤਿਆਰ ਕਰ ਲਓ। ਮਹਾਰਾਜ ਕਹਿੰਦੇ ਜੇ ਬਾਟਾ ਹੀ ਵੱਖਰਾ ਹੋ ਗਿਆ ਤੇ ਅੰਮ੍ਰਿਤ ਕਿੱਥੇ ਰਹਿ ਗਿਆ? ਫਿਰ ਉਹ ਤੁਹਾਡੀ ਆਹੀ ਆਕੜ ਕੱਢਣ ਵਾਸਤੇ ਤੇ ਅੰਮ੍ਰਿਤ ਤਿਆਰ ਕੀਤਾ। ਆਹੀ ਹੰਕਾਰ ਵੀ ਅਸੀਂ ਉੱਚੇ ਆ, ਅਸੀਂ ਨੀਚਾਂ ਨਾਲ ਅੰਮ੍ਰਿਤ ਨਹੀਂ ਛਕਣਾ। ਪਰ ਜਦੋਂ ਅੱਜ ਵੀ ਅੰਮ੍ਰਿਤ ਸੰਚਾਰ ਕੀਤਾ ਜਾਂਦਾ, ਪੰਜ ਪਿਆਰੇ ਸਹਿਬਾਨ ਸਾਰਿਆਂ ਦਾ ਮੂੰਹ ਇੱਕੋ ਹੀ ਬਾਟੇ ਨੂੰ ਲਵਾਉਂਦੇ ਆ ਵੀ ਤੇਰੇ ਮੰਦਰੋਂ ਜਾਤ ਪਾਤ ਦਾ ਕੋੜ ਨਿਕਲ ਜਾਏ। ਨਹੀਂ ਮੈਂ ਫਲਾਣੀ ਜਾਤ ਦਾ, ਮੈਂ ਫਲਾਣੀ ਜਾਤ ਦਾ, ਸਾਰੇ ਇੱਕੋ ਜਿਹੇ ਹੁੰਦੇ ਨੇ, ਉੱਥੇ ਕੋਈ ਜਾਤ ਪਾਤ ਨਹੀਂ। ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਸਤਿਗੁਰਾਂ ਨੇ ਜਦੋਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਆਉਣ ਵੇਲੇ ਕੋਈ ਰਾਏ ਸੀ, ਕੋਈ ਚੰਦ ਸੀ, ਕੋਈ ਦਾਸ ਸੀ। ਪਰ ਜਦੋਂ ਅੰਮ੍ਰਿਤ ਛਕਾਤਾ ਕੋਈ ਰਾਏ ਨਹੀਂ ਰਿਹਾ, ਕੋਈ ਚੰਦ ਨਹੀਂ ਰਿਹਾ, ਕੋਈ ਦਾਸ ਨਹੀਂ ਰਿਹਾ, ਸਾਰੇ ਬਣ ਗਏ ਖਾਲਸਾ। ਸਾਰੇ ਖਾਲਸੇ ਬਣ ਗਏ। ਆਪਣੇ ਪਿੱਛੋਂ ਬਰਾਦਰੀਆਂ ਕੱਟ ਦਿੱਤੀਆਂ, ਜਾਤਾਂ ਕੱਟ ਦਿੱਤੀਆਂ। ਇੱਥੇ ਬੜੇ ਇਦਾਂ ਦੇ ਮਿਲ ਜਾਣਗੇ, ਗਿੱਲ, ਬਰਾੜ, ਪਤਾ ਨਹੀਂ ਕੀ ਕੁਝ ਆਪਣੇ ਨਾਂ ਦੇ ਨਾਲ ਆਪਾਂ ਲਾਉਂਦੇ ਆ। ਪਰ ਕਿੰਨਾ ਚੰਗਾ ਹੋਵੇ ਜੇ ਨਾਮ ਲਿਖ ਕੇ ਫਲਾਣਾ ਸਿੰਘ ਖਾਲਸਾ। ਬੀਬੀਆਂ ਵੀ ਇਦਾਂ ਆਪਣਾ ਨਾਮ ਲਿਖ ਕੇ ਕੌਰ ਲਾ ਕੇ ਖਾਲਸਾ। ਸਾਰਿਆਂ ਦੇ ਨਾਂ ਨਾਲ ਖਾਲਸਾ ਲੱਗਿਆ। ਅੰਮ੍ਰਿਤਧਾਰੀ ਆਪਣੇ ਨਾਮ ਨਾਲ ਖਾਲਸਾ ਲਾਓ। ਇੱਕ ਕੀਤਾ ਨਾ ਸਾਨੂੰ,
ਇੱਕ ਕਰਨ ਵਾਸਤੇ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਸਾਡਾ ਸਾਰਿਆਂ ਦਾ ਮੂੰਹ ਇੱਕੋ ਹੀ ਬਾਟੇ ਨੂੰ ਲਵਾਇਆ ਵੀ ਤੇਰੇ ਅੰਦਰੋਂ ਉੱਚਤਾ ਤੇ ਨੀਚਤਾ ਦੇ ਭੇਦ ਭਾਵ ਮਿਟ ਜਾਣ। ਕੌਣ ਨੀਚ ਹੈ? ਗੁਰੂ ਤੋਂ ਪੁੱਛੋ, ਆਪ ਨਾ ਤੁਲਨਾ ਕਰਿਆ ਕਰੋ ਵੀ ਆ ਫਲਾਣਾ ਨੀਚ ਹੈ, ਇਹ ਨੀਚ ਜਾਤ ਦਾ ਹੈ। ਸੱਚੇ ਪਾਤਸ਼ਾਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਜਿੱਦਾਂ ਦੇ ਬੰਦਾ ਕਰਮ ਕਮਾਉਂਦਾ ਉਦਾਂ ਦੀ ਜਾਤ ਬਣ ਜਾਂਦੀ ਹੈ, ਉਹੋ ਜਿਹਾ ਬਣ ਜਾਂਦਾ। ਜੇ ਹੁਣ ਕੰਮ ਹੀ ਨੀਚਾਂ ਵਾਲੇ ਕਰਦਾ ਫਿਰ ਤੇ ਭਾਵੇਂ ਜਿਹੜੀ ਮਰਜ਼ੀ ਕੁਲ ਚ ਪੈਦਾ ਹੋਇਆ ਨੀਚ ਹੈ। ਜਿਹੜੇ ਬੰਦੇ ਦੀ ਸੋਚ ਨੀਚ ਹੈ ਉਹ ਬੰਦਾ ਨੀਚ ਹੈ, ਭਾਵੇਂ ਜਿਹੜੀ ਮਰਜ਼ੀ ਕੁਲ ਚ ਪੈਦਾ ਹੋਵੇ, ਭਾਵੇਂ ਬ੍ਰਾਹਮਣਾਂ ਦੀ ਕੁਲ ਚ ਪੈਦਾ ਹੋਇਆ। ਜੇ ਸੋਚ ਨੀਚ ਹੈ ਤੇ ਨੀਚ ਹੈ ਬੰਦਾ। ਬੰਦੇ ਦੀ ਸੋਚ ਉਹਨੂੰ ਮਹਾਨ ਬਣਾਉਂਦੀ ਹੈ। ਅੱਜ ਤੱਕ ਜਿੰਨੇ ਵੀ ਮਹਾਨ ਪੁਰਸ਼ ਹੋਏ ਆ ਆਪਣੀ ਸੋਚ ਕਰਕੇ ਹੋਏ ਆ। ਸੋਚ ਬੰਦੇ ਨੂੰ ਮਹਾਨ ਬਣਾਉਂਦੀ ਹੈ। ਕੁਲ ਕਰਕੇ ਬੰਦਾ ਮਹਾਨ ਨਹੀਂ ਹੁੰਦਾ, ਕੁਲ ਕਰਕੇ ਸੋਚ ਕਰਕੇ ਮਹਾਨ ਹੁੰਦਾ। ਇਸ ਕਰਕੇ ਸਾਨੂੰ ਇੱਕ ਕੀਤਾ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਗੁਰੂ ਅਮਰਦਾਸ ਮਹਾਰਾਜ, ਅਕਬਰ ਫਿਰ ਚੱਲ ਕੇ ਆਇਆ ਸੀ ਉੱਥੇ। ਅਕਬਰ ਆਪ ਆਇਆ, ਕਹਿੰਦਾ ਮੈਂ ਦਰਸ਼ਨ ਕਰਕੇ ਆਉਣੇ ਗੋਬਿੰਦਵਾਲ ਸਾਹਿਬ। ਆਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਕਿਉਂਕਿ ਰਾਜੇ ਵੱਡੇ ਵੱਡੇ ਰਾਜੇ ਆਇਆ ਕਰਦੇ ਸੀ ਤੇ ਅੱਜ ਵੀ ਆਉਂਦੇ ਨੇ। ਅਮਰੀਕਾ ਕੈਨੇਡਾ ਦੇ ਪ੍ਰਧਾਨ ਮੰਤਰੀ ਅੱਜ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਂਦੇ ਨੇ, ਆਉਂਦੇ ਨੇ ਜਦੋਂ ਪੰਜਾਬ 'ਚ ਤੇ ਜ਼ਰੂਰ ਹਰਮੰਦਰ ਸਾਹਿਬ ਦਰਸ਼ਨ ਕਰਕੇ ਜਾਂਦੇ ਨੇ, ਆਉਂਦੇ ਨੇ, ਬੜੇ ਬੜੇ ਪ੍ਰਭਾਵਿਤ ਹੁੰਦੇ ਆ। ਰਵਿੰਦਰਨਾਥ ਟੈਗੋਰ ਜਦੋਂ ਆਇਆ ਸੀ ਹਰਮੰਦਰ ਸਾਹਿਬ, ਜਿਹੜੇ VIP ਲੋਕ ਹੁੰਦੇ ਆ ਨਾ ਉਹਨਾਂ ਕੋਲੇ ਟਾਈਮ ਬੰਨਿਆ ਹੋਇਆ ਹੁੰਦਾ ਹੈ ਵੀ ਇੰਨੇ ਮਿੰਟ ਆਪਾਂ ਇੱਥੇ ਜਾਣਾ, ਇੰਨੇ ਮਿੰਟ ਉੱਥੇ। ਮਿੰਟਾਂ ਦੇ ਹਿਸਾਬ ਨਾਲ ਇਹਨਾਂ ਦੇ ਟਾਈਮਿੰਗ ਹੁੰਦੀ ਹੈ ਇੱਕ ਦਿਨ ਦੀ, ਰੋਜ਼ਾਨਾ ਟਾਈਮ ਟੇਬਲ ਬਣਾਇਆ ਹੁੰਦਾ। ਰਵਿੰਦਰਨਾਥ ਟੈਗੋਰ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ, ਕੀਰਤਨ ਲੱਗ ਪਿਆ ਸੁਣਨ। ਰਾਗੀ ਹੀਰਾ ਸਿੰਘ ਜੀ ਕੀਰਤਨ ਕਰਦੇ ਸੀ। ਰਵਿੰਦਰਨਾਥ ਟੈਗੋਰ ਸੁਣ ਰਿਹਾ ਹੈ। ਨਾਲ ਦਾ ਜਿਹੜਾ ਇਹਦਾ PA ਸੀ ਨਾ ਨਾਲ ਦਾ, ਉਹ ਕਹਿੰਦਾ ਜੀ ਚੱਲੀਏ, ਟਾਈਮ ਪੂਰਾ ਹੋ ਗਿਆ, ਜਿੰਨਾ ਡਾਇਰੀ ਤੇ ਲਿਖਿਆ ਸੀ ਇਹ ਤੋਂ ਵੱਧ ਹੋ ਗਿਆ। ਬੈਠੇ ਰਹੇ ਉਸ ਤਰ੍ਹਾਂ ਦੇ। ਦੁਬਾਰਾ ਫੇਰ ਉਹਨੇ ਦੇਖਿਆ ਵੀ 15 ਮਿੰਟ ਹੋਰ ਲੰਘ ਗਏ, ਸਾਰਾ ਟਾਈਮ ਹੱਲ ਜਾਣਾ, ਜਿਹਨਾਂ ਨੂੰ ਸਮਾਂ ਦਿੱਤਾ ਹੋਇਆ ਉਹ ਉਡੀਕਣਗੇ। ਫੇਰ ਉਹਨੇ ਆਖਿਆ ਜੀ ਚੱਲੀਏ ਆਪਾਂ, ਟਾਈਮ ਬਹੁਤ ਹੋ ਗਿਆ। ਰਵਿੰਦਰਨਾਥ ਟੈਗੋਰ ਕਹਿੰਦਾ ਡਾਇਰੀ ਕਿੱਥੇ ਹੈ? ਡਾਇਰੀ ਕਿੱਥੇ ਹੈ? ਡਾਇਰੀ ਲਿਆਓ। ਡਾਇਰੀ ਫੜ ਲਈ। ਕਹਿੰਦਾ ਕਿੰਨੇ ਦਿਨ ਦਾ ਸਮਾਂ ਦਿੱਤਾ ਆਪਾਂ ਇੱਥੇ ਅੰਮ੍ਰਿਤਸਰ? ਕਹਿੰਦੇ ਜੀ 3 ਦਿਨ ਦਾ। ਤਿੰਨੇ ਦਿਨਾਂ ਦੇ ਪ੍ਰੋਗਰਾਮਾਂ ਦੇ ਉੱਤੇ ਕਾਂਟੀ ਮਾਰ ਦਿੱਤੀ ਡਾਇਰੀ ਫੜ ਕੇ ਨਾ ਪੈਨ ਨਾਲ। ਤਿੰਨੇ ਦਿਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ। ਕਹਿੰਦਾ ਮੈਂ ਕਿਤੇ ਨਹੀਂ ਜਾਣਾ, ਬਸ ਤਿੰਨੇ ਦਿਨ ਇੱਥੇ ਬਹਿ ਕੇ ਕੀਰਤਨ ਸੁਣਨਾ ਦਰਬਾਰ ਸਾਹਿਬ। ਕੀਰਤਨ ਸੁਣਿਆ ਫਿਰ ਉਹਨੇ। ਕੀਰਤਨ ਸੁਣਦਾ ਹੈ ਰਵਿੰਦਰਨਾਥ ਟੈਗੋਰ। ਜਾਣ ਲੱਗਿਆ ਜਦੋਂ ਉਹਦੇ ਅੱਗੇ ਡਾਇਰੀ ਕਰ ਦਿੱਤੀ ਗਈ ਜਿਹਦੇ ਉੱਤੇ ਜਿਹੜਾ ਇਦਾਂ ਦੇ ਲੋਕ ਆਉਂਦੇ ਆ ਉਹ ਫਿਰ ਆਪਣੇ ਮਨ ਦੀਆਂ ਜੋ ਭਾਵਨਾਵਾਂ ਹੁੰਦੀਆਂ ਨੇ ਉਹ ਲਿਖ ਕੇ ਜਾਂਦੇ ਆ ਵੀ ਮੈਂ ਇੱਥੇ ਆ ਮਹਿਸੂਸ ਕੀਤਾ, ਮੈਨੂੰ ਇੱਥੇ ਆਨੰਦ ਆਇਆ। ਰਵਿੰਦਰਨਾਥ ਟੈਗੋਰ ਦੇ ਅੱਗੇ ਉਹ ਡਾਇਰੀ ਕਰ ਦਿੱਤੀ। ਕਹਿੰਦੇ ਤੁਸੀਂ ਕੀ ਲਿਖਣਾ ਚਾਹੁੰਦੇ ਹੋ? ਕੁਝ ਲਿਖ ਦਿਓ 2 ਅੱਖਰ। ਰਵਿੰਦਰਨਾਥ ਟੈਗੋਰ ਕਹਿੰਦਾ ਮੇਰਾ ਜੀ ਕਰਦਾ ਮੈਂ ਤੁਹਾਡੇ ਰਾਗੀ ਹੀਰਾ ਸਿੰਘ ਨੂੰ ਇੱਥੋਂ ਚੁੱਕ ਕੇ ਲੈ ਜਾ, ਮੈਂ ਲੈ ਜਾ ਨਾਲ ਆਪਣਾ। ਇਹ ਵਾਕਈ ਹੀਰਾ ਹੈ। ਜੀ ਕਰਦਾ ਤੁਹਾਡੇ ਰਾਗੀ ਹੀਰਾ ਸਿੰਘ ਨੂੰ ਮੈਂ ਚੁੱਕ ਕੇ ਲੈ ਜਾ ਆਪਣੇ ਨਾਲ, ਇਹ ਸਾਰੀ ਉਮਰ ਕੀਰਤਨ ਕਰਦਾ ਰਵੇ ਬਾਣੀ ਦਾ ਤੇ ਮੈਂ ਕੀਰਤਨ ਸੁਣਦਾ, ਮੈਂ ਸੁਣਦਾ। ਫਿਰ ਉਹਨੇ ਅਖੀਰਲੀ ਲਾਈਨ ਵਿੱਚ ਲਿਖਿਆ, ਰਵਿੰਦਰਨਾਥ ਟੈਗੋਰ ਕਹਿੰਦਾ ਮੈਂ ਇੱਥੇ ਆਇਆ ਅੱਜ, ਮੈਂ ਇੱਕ ਮੰਗ ਕੇ ਚੱਲਿਆ, ਇੱਕ ਅਰਦਾਸ ਕਰਕੇ ਚੱਲਿਆ ਕਿ ਜੇ ਪ੍ਰਮਾਤਮਾ ਮੈਨੂੰ ਅਗਲੀ ਵਾਰ ਫੇਰ ਕਿਤੇ ਮਨੁੱਖ ਬਣਾ ਕੇ ਸੰਸਾਰ ਤੇ ਭੇਜੇ ਤੇ ਮੈਂ ਅਰਦਾਸ ਕਰਕੇ ਚੱਲਿਆ ਮੇਰਾ ਜਨਮ ਸਿੱਖਾਂ ਦੇ ਘਰਾਣੇ 'ਚ ਹੋਵੇ ਤੇ ਮੈਂ ਸਿੱਖ ਬਣ ਕੇ ਗੁਰੂ ਨਾਨਕ ਦੇ ਦਰ ਦੀ ਚਾਕਰੀ ਕਰਦਾ। ਰਵਿੰਦਰਨਾਥ ਟੈਗੋਰ ਨੇ ਏਡੀ ਵੱਡੀ ਗੱਲ ਪ੍ਰਭਾਵ ਕਿਉਂ ਭਲਾ? ਇਹ ਦਰ ਤੋਂ ਪ੍ਰਭਾਵਿਤ ਹੋਈ, ਮਰਿਆਦਾ ਤੋਂ ਗੱਲ ਮੈਂ ਸਿਧਾਂਤ ਦੀ ਕਰ ਰਿਹਾ। ਗੁਰੂ ਨਾਨਕ ਦਾ ਦਰ ਕਿਉਂ ਵੱਡਾ ਹੈ? ਅਜਮਤ ਵਾਲੇ ਤੇਰੇ ਦਰ ਆ ਕੇ ਬੈਠੇ ਵਾਂਗ ਫਕੀਰਾਂ ਦੇ। ਬੜੇ ਬੜੇ ਤਕੜੇ ਲੋਕ ਉੱਥੇ ਫਿਰ ਆ ਕੇ ਸੇਵਾ ਕਰਦੇ ਆ। ਅਕਬਰ ਵੀ ਆਇਆ ਸੀ,
ਬਾਦਸ਼ਾਹ ਸੀ, ਵੋਟਾਂ ਲੈਣ ਨਹੀਂ ਸੀ ਆਇਆ। ਮੈਂ ਬੇਨਤੀ ਕਰਾਂ, ਕਿਉਂਕਿ ਰਾਜੇ ਵੋਟਾਂ ਨਾਲ ਥੋੜਾ ਚੁਣੇ ਜਾਂਦੇ ਸੀ। ਵੋਟ ਰਾਜ ਤਾਂ ਹੁਣ ਹੈ, ਪਹਿਲਾਂ ਤੇ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਰਾਜਾ ਆਪਣੇ ਪੁੱਤ ਨੂੰ ਗੱਦੀ ਦੇ ਦਿੰਦਾ, ਰਾਜੇ ਦੀ ਮਰਜ਼ੀ ਹੁੰਦੀ, ਅੱਗੇ ਉੱਤਰਾਧਿਕਾਰੀ ਬਣਾ ਦਿੰਦਾ ਆਪਣਾ। ਇੱਕ ਮਰ ਗਿਆ, ਉਸ ਤੋਂ ਬਾਅਦ ਉਹਦਾ ਪੁੱਤ ਗੱਦੀ ਤੇ ਫਿਰ ਪੋਤਰਾ ਗੱਦੀ ਤੇ। ਵੋਟਾਂ ਨਾਲ ਥੋੜਾ ਚੁਣੇ ਜਾਂਦੇ ਸੀ ਰਾਜੇ। ਅਕਬਰ ਕੋਈ ਵੋਟਾਂ ਲੈਣ ਨਹੀਂ ਸੀ ਆਇਆ ਵੀ ਜੇ ਮੈਂ ਉੱਥੇ ਜਾਵਾਂ ਮੇਰੀਆਂ ਵੋਟਾਂ ਵਧਣਗੀਆਂ, ਨਹੀਂ। ਉਹ ਆਇਆ ਸੀ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਾਰੇ ਸੁਣ ਕੇ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਾਰੇ ਸੁਣ ਕੇ। ਇੱਥੇ ਲੰਗਰ ਸਾਰਿਆਂ ਨੂੰ, ਕੋਈ ਪੈਸਾ ਰੱਖੇ ਭਾਵੇਂ ਨਾ ਰੱਖੇ, ਪੈਸਾ ਰੱਖੇ ਭਾਵੇਂ। ਇੱਥੇ ਟੋਕਨ ਥੋੜਾ ਵੰਡੇ ਜਾਂਦੇ ਆ ਵੀ ਟੋਕਨ ਤੇ ਪ੍ਰਸ਼ਾਦਾ ਲੈ ਲੈ। ਨਾ ਇੱਥੇ ਇਹ ਕਿਹਾ ਜਾਂਦਾ ਵੀ ਪ੍ਰਸ਼ਾਦਾ ਤੈਨੂੰ ਤਾਂ ਦੇਾਂਗੇ ਜੇ ਪਹਿਲਾਂ ਸੇਵਾ ਕਰਕੇ ਆ। ਨਹੀਂ, ਪੁੱਛਿਆ ਨਹੀਂ ਜਾਂਦਾ। ਇੱਕ ਵਾਰੀ ਛਕ ਲਿਆ, 2 ਵਾਰੀ ਛਕ ਲਿਆ, ਜਿੰਨਾ ਮਰਜ਼ੀ ਛਕ ਲੈ। ਗੁਰੂ ਨਾਨਕ ਦੇ ਘਰ ਦੇ ਵਿੱਚ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕੌਣ ਹੈ ਜਾਂ ਕਿਹੜੀ ਜਾਤ ਦਾ, ਸੇਵਾ ਕੀਤੀ ਹੈ ਕਿ ਨਹੀਂ ਕੀਤੀ, ਮੱਥਾ ਟੇਕਿਆ ਕਿ ਨਹੀਂ ਟੇਕਿਆ, 10 ਰੁਪਏ ਗੋਲਕ ਚ ਪਾਏ ਆ ਕਿ ਨਹੀਂ ਪਾਏ। ਭਾਵੇਂ ਇੱਕ ਆਨਾ ਵੀ ਨਾ ਰੱਖੋ, ਪੈਸਾ ਵੀ ਨਾ ਰੱਖੋ, ਪਰ ਪ੍ਰਸ਼ਾਦਾ ਸਾਰਿਆਂ ਵਾਸਤੇ। ਗੁਰੂ ਨਾਨਕ ਦੇ ਘਰ ਵਿੱਚ ਅਕਬਰ ਆਇਆ। ਸੇਵਾਦਾਰ ਕਹਿੰਦੇ ਸੱਚੇ ਪਾਤਸ਼ਾਹ ਬਾਦਸ਼ਾਹ ਅਕਬਰ ਆਇਆ। ਐਡਾ ਵੱਡਾ ਰਾਜਾ ਚੱਲ ਕੇ ਆਵੇ, ਲੋਕ ਤਾਂ ਉਹਨਾਂ ਦੇ ਪੈਰਾਂ 'ਚ ਜਾ ਕੇ ਡਿੱਗਦੇ ਸੀ, ਪਰ ਅਕਬਰ ਆਪ ਚੱਲ ਕੇ ਆਇਆ। ਵੇਖੋ, ਜੇ ਕੋਈ ਅੱਜ ਦੇ ਗੁਰੂ ਵਰਗਾ ਹੁੰਦਾ, ਉਹਨੇ ਭੱਜ ਕੇ ਜਾ ਕੇ ਗੇਟ ਤੇ ਹਾਰ ਲੈ ਕੇ ਖੜ ਜਾਣਾ ਸੀ ਅਕਬਰ ਵਾਸਤੇ ਵੀ ਰਾਜਾ ਆਇਆ, ਸਵਾਗਤ ਕਰੀਏ, ਮਾੜਾ ਜਿਹਾ ਖੁਸ਼ ਹੋ ਜੀ, ਕੀ ਪਤਾ ਕੀ ਦੇ ਜੂਗਾ, ਖੁਸ਼ ਕਰ ਲਈਏ ਮਾੜਾ ਜਿਹਾ। ਬੜਾ ਲੋਕੀ ਚਾਪਲੂਸੀਆਂ ਕਰਦੇ ਆ ਫਿਰ ਤਾਂ, ਪਰ ਅਕਬਰ ਨੇ ਆਉਣਾ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੇਰੇ ਕੋਲੇ ਲਿਆਉਣ ਤੋਂ ਪਹਿਲਾਂ ਅਕਬਰ ਨੂੰ ਇਹ ਕਹੋ ਵੀ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੇ। ਪੰਗਤ 'ਚ ਬਹਿ ਕੇ ਡਰੇ ਥੋੜਾ ਨਾ ਕੋਈ, ਕਿਉਂਕਿ ਰਾਜਿਆਂ ਦੀ ਕੀ ਪਰਵਾਹ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੇ ਇੱਕੋ ਹੀ ਰਾਜੇ ਦੀ ਪਰਵਾਹ ਕਰਦੇ ਆ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੀ ਬਾਜਾ। ਇਹ ਤੇ 4 ਦਿਨਾਂ ਦੇ ਰਾਜੇ ਨੇ। ਅਸਲੀ ਰਾਜਾ ਤੇ ਅਕਾਲ ਪੁਰਖ ਹੈ, ਸਦੀਵੀ ਰਾਜ ਹੈ ਜਿਹਦੇ ਕੋਲ, ਸਦੀਵੀ ਸਦਾ ਲਈ ਰਾਜ। ਮਹਾਰਾਜ ਕਹਿੰਦੇ ਉਹਨੂੰ ਕਹੋ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ। ਇਹ ਕਾਹਦੇ ਵਾਸਤੇ ਕਿਹਾ ਭਲਾ, ਕਿਉਂ ਆਖਿਆ ਵੀ ਜੇ ਤਾਂ ਆਇਆ ਹੋਇਆ ਹੰਕਾਰ ਲੈ ਕੇ, ਫਿਰ ਤਾਂ ਬਾਹਰ ਦੀ ਬਾਹਰ ਹੀ ਮੁੜ ਜਾਊਗਾ ਵੀ ਮੈਂ ਨਹੀਂ ਪੰਗਤ 'ਚ ਬਹਿਣਾ। ਜੇ ਆਇਆ ਹੋਇਆ ਨਿਮਰਤਾ ਲੈ ਕੇ, ਫਿਰ ਪ੍ਰਸ਼ਾਦਾ ਛਕ ਲਏਗਾ। ਤੇ ਇੱਥੇ ਉਹੀ ਪ੍ਰਵਾਨ ਹੁੰਦੇ ਆ ਜਿਹੜੇ ਨਿਮਰਤਾ ਲੈ ਕੇ ਆਉਂਦੇ ਆ, ਜਿਹੜੇ ਗਰੀਬੀ ਲੈ ਕੇ ਆਉਂਦੇ ਨੇ, ਨਿਮਰਤਾ ਵਾਲੇ। ਹੰਕਾਰੀ ਨੂੰ ਗੁਰੂ ਨਾਨਕ ਦੇ ਘਰ 'ਚ ਕੋਈ ਥਾਂ ਨਹੀਂ, ਜਿਹੜਾ ਹੰਕਾਰ ਕਰਦਾ, ਮਾਣ ਕਰਦਾ। ਅਕਬਰ ਨੂੰ ਸੇਵਾਦਾਰ ਕਹਿੰਦੇ ਜੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੋ। ਇਹ ਮਰਜ਼ਾਦਾ ਹੈ ਗੁਰੂ ਨਾਨਕ ਦੇ ਘਰ ਦੀ। ਪਹਿਲੇ ਪੰਗਤ ਪਾਤਸ਼ਾਹ ਸੰਗਤ, ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ। ਅਕਬਰ ਕਹਿੰਦਾ ਚਲੋ ਕਿੱਥੇ ਬਹਿਣਾ ਦੱਸੋ। ਚਲੋ ਚੱਲੀਏ, ਕਿੱਥੇ ਬਹਿਣਾ? ਜਿੱਥੇ ਸੰਗਤ ਲੰਗਰ ਛਕ ਰਹੀ ਸੀ, ਤੱਪੜ ਵਿਛਾਏ ਹੋਏ ਐ। ਅਕਬਰ ਨੂੰ ਕਹਿੰਦੇ ਉਹ ਸੰਗਤ ਛਕੀ ਜਾਂਦੀ ਆ, ਆਜੋ ਤੁਹਾਨੂੰ ਵੀ ਉੱਥੇ ਬਿਠਾ ਦਿੰਦੇ। ਉਸੇ ਪੰਗਤ ਦੇ ਵਿੱਚ ਅਕਬਰ ਬਹਿ ਗਿਆ ਜਿੱਥੇ ਸੰਗਤ ਬੈਠ ਕੇ ਪ੍ਰਸ਼ਾਦਾ ਛਕ ਰਹੀ ਸੀ। ਉਸੇ ਪੰਗਤ ਦੇ ਵਿੱਚ ਨਿਮਰਤਾ ਸੀ ਨਾ, ਨਿਮਰਤਾ ਲੈ ਕੇ ਆਇਆ। ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਏ ਨਿਰਾਸ਼ਾ। ਕਹਿੰਦੇ ਸਿੰਬਲ ਦਾ ਦਰਖਤ ਹੈ ਤੇ ਬੜਾ ਉੱਚਾ, ਹੈ ਤੇ ਬੜਾ ਸੋਹਣਾ, ਪਰ ਜੇ ਕੋਈ ਆਸ ਕਰਕੇ ਆਵੇ ਵੀ ਫਲ ਖਾ ਲਾਂਗੇ, ਕਹਿੰਦੇ ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ਾ ਤਾਂ ਉਹਨੂੰ ਨਿਰਾਸ਼ ਹੋ ਕੇ ਮੁੜਨਾ ਪਏਗਾ। ਕਿਉਂ? ਫਲ ਫਿੱਕੇ ਫੁੱਲ ਬਗ ਬਗੇ ਕੰਮ ਨਾ ਆਵੇ ਪਤ। ਨਾ ਫਲ ਕੰਮ ਆਉਂਦਾ, ਨਾ ਫੁੱਲ ਕੰਮ ਆਉਂਦੇ ਤੇ ਨਾ ਪੱਤੇ ਕੰਮ ਆਉਂਦੇ ਨੇ। ਇਸ ਕਰਕੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਤ ਨਿਮਰਤਾ ਲਿਆਓ, ਨਿਮਰਤਾ। ਭਾਈ ਗੁਰਦਾਸ ਜੀ ਨੇ ਉਦਾਹਰਨ ਦੇ ਕੇ ਸਮਝਾਉਣਾ ਕੀਤਾ ਹੈ ਹੰਕਾਰੀ ਬੰਦੇ ਨੂੰ। ਕਹਿੰਦੇ ਤੂੰ ਕਾਹਦਾ ਹੰਕਾਰ ਕਰਦਾ ਵੀ ਮੈਂ ਉੱਚਾ ਹੋ ਗਿਆ? ਉੱਚੇ ਹੋਣ ਦਾ ਕਾਹਦਾ ਹੰਕਾਰ ਹੈ? ਵੱਡੇ ਹੋਣ ਦਾ ਕਾਹਦਾ ਹੰਕਾਰ ਹੈ? ਭਾਈ ਸਾਹਿਬ ਜੀ ਉਦਾਹਰਨ ਦੇ ਕੇ ਸਮਝਾਉਂਦੇ ਆ, ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕੇ ਸਿਮਰਨ ਸੰਖਿਆ ਮੇ ਨਾ ਆਵਤ ਵਡਾਈ। ਕਹਿੰਦੇ ਨੇ ਮਾਲਾ ਦੇ ਵਿੱਚ ਇੱਕ ਮੇਰੂ ਹੁੰਦਾ ਹੈ।
ਮਾਲਾ ਕਈ ਵਾਰੀ ਹੱਥ 'ਚ ਪਾ ਕੇ ਰੱਖਦੇ ਆ ਸਿਮਰਨ, ਮਾਲਾ ਹੁੰਦੀ ਆ ਤੁਹਾਡੇ ਘਰਾਂ 'ਚ ਮਾਲਾ ਹੋਏਗੀ, ਉਹਦੇ ਵਿੱਚ ਇੱਕ ਮੇਰੂ ਹੁੰਦਾ, ਮੇਰੂ ਵੱਡਾ ਮਣਕਾ, ਜਾਂ ਪੱਛਮ ਦਾ ਫੁੱਲ ਬਣਾ ਕੇ ਲਾਇਆ ਹੁੰਦਾ ਜਾਂ ਮੇਰੂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਇਤ ਸਭ ਉੱਪਰ ਕੈ, ਸਿਮਰਨ ਸੰਖਿਆ ਮੇ ਨਾ ਆਵਤ ਵਡਾਈ ਕੈ। ਕਹਿੰਦੇ ਮਾਲਾ ਸਭ ਤੋਂ ਉੱਪਰ ਮੇਰੂ ਪੋਇਆ ਜਾਂਦਾ ਹੈ, ਪਰ ਉੱਚੇ ਹੋਣ ਨੂੰ ਕੀ ਕਰੀਏ, ਕਿਸੇ ਸੰਖਿਆ ਵਿੱਚ ਤਾਂ ਆਉਂਦਾ ਹੀ ਨਹੀਂ। ਮੇਰੂ ਨੂੰ ਗਿਣਤੀ 'ਚ ਨਹੀਂ ਲੈਂਦੇ, ਮੇਰੂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਜਦੋਂ ਸਿਮਰਨ ਕਰਦੇ ਆ ਨਾ ਮਾਲਾ ਨਾਲ, ਉਦੋਂ ਗਿਣਤੀ 'ਚ ਨਹੀਂ ਲੈਂਦੇ ਮੇਰੂ ਨੂੰ। ਸਿਮਰਨ ਸੰਖਿਆ ਮੇ ਨਾ ਆਵਤ ਵਡਾਈ, ਵੱਡੇ ਹੋਣ ਕਰਕੇ ਕਹਿੰਦੇ ਗਿਣਤੀ 'ਚ ਨਹੀਂ ਲਿਆ ਜਾਂਦਾ। ਅੱਗੇ ਉਦਾਹਰਨ ਦਿੰਦੇ ਆ ਗਿਰਜ ਦੀ, ਇੱਲ ਕਹਿ ਦਿੰਦੇ ਆਪਾਂ, ਚੀਲ ਵੀ ਕਹਿ ਦਿੱਤਾ ਜਾਂਦਾ, ਪੰਛੀ ਜਿਹੜਾ ਸਭ ਤੋਂ ਉੱਚੀ ਉਡਾਰੀ ਲਾਉਂਦਾ, ਇੱਲਾਂ ਉਡਦੀਆਂ ਫਿਰਦੀਆਂ ਹੁੰਦੀਆਂ। ਜੈਸੇ ਚੀਲ ਪੰਛੀਆਂ ਮੈਂ ਉਡਤ ਆਕਾਸ਼ਚਾਰੀ, ਕਹਿੰਦੇ ਵੇਖੋ ਕਿੱਡੀ ਉੱਚੀ ਉਡਾਰੀ ਹੈ ਇੱਲ ਦੀ, ਪਰ ਉੱਚੀ ਉੱਡਣ ਨੂੰ ਕੀ ਕਰੀਏ, ਐਡੀ ਉੱਚੀ ਉੱਡ ਕੇ ਵੀ ਲੱਭਦੀ ਤਾਂ ਮਰੇ ਹੋਏ ਪਸ਼ੂ ਹੀ ਹੋਈ ਹੈ। ਉੱਚੀ ਤਾਂ ਬਹੁਤ ਉੱਡਦੀ ਹੈ, ਲੱਭਦੀ ਕੀ ਹੈ, ਮੁਰਦਾਰ। ਜੈਸੇ ਚੀਲ ਪੰਛੀਆਂ ਮੈਂ ਉਡਤ ਆਕਾਸ਼ਚਾਰੀ, ਹੀਰਾ ਮਿਰਤ ਪਿੰਜਰਨ ਉੱਚੇ ਮਤ ਪਾਈ ਗਏ। ਅੱਗੇ ਕਹਿੰਦੇ ਨੇ ਜੈਸੇ ਬਿਰਖਨ ਵਿਖੈ ਪੇਖੀਐ ਸਿੰਬਲ ਉੱਚੋ, ਨੇਹ ਫਲ ਭਇਓ ਸੋ ਅੱਜ ਅਧਕਾਈ ਕੈ। ਇਸੇ ਤਰ੍ਹਾਂ ਸਿੰਬਲ ਦਾ ਦਰਖਤ ਉੱਚਾ ਬਹੁਤ ਹੁੰਦਾ ਹੈ, ਪਰ ਕਿਸੇ ਨੂੰ ਨਾ ਛਾਂ ਦੇ ਸਕਦਾ ਤੇ ਨਾ ਫਲ ਦੇ ਸਕਦਾ। ਇਸੇ ਤਰ੍ਹਾਂ ਤੇਰੇ ਉੱਚਾ ਹੋਣ ਨੂੰ ਕੀ ਕਰੀਏ, ਤੇਰੇ ਉੱਚਾ ਹੋਣ ਨੂੰ ਕੀ ਕਰੀਏ, ਮੇਰੇ ਕੋਲ ਇੰਨੀ ਜ਼ਮੀਨ ਹੈ, ਮੇਰੀ ਏਡੀ ਵੱਡੀ ਕੋਠੀ ਹੈ। ਕਈ ਕਹਿੰਦੇ ਨਹੀਂ ਇੱਥੋਂ ਲੈ ਕੇ ਉੱਥੋਂ ਤੱਕ ਸਾਰਾ ਪਟਾ ਮੇਰੇ ਨਾਂ ਬੋਲਦਾ ਹੈ, ਮੇਰੇ ਨਾਂ। ਇਹਨੂੰ ਕੌਣ ਦੱਸੇ ਭਲਿਆ, ਇਹ ਤਾਂ ਪਤਾ ਨਹੀਂ ਕਿੰਨਿਆਂ ਕੁ ਦੇ ਨਾਂ ਬੋਲ ਬੋਲ ਹਟ ਗਿਆ, ਇਹ ਤੇ ਪਤਾ ਨਹੀਂ ਕਿੰਨਿਆਂ ਦੇ ਨਾਂ ਰਜਿਸਟਰੀ ਹੋਈ ਤੇ ਇੱਥੋਂ ਬਾਅਦ ਵੀ ਹੋਏਗੀ। ਇਹ ਤੇ ਤੇਰੇ ਨਾਂ ਤਾਂ ਉਹਨਾਂ ਚਿਰ ਹੀ ਬੋਲਦੀ ਹੈ ਜਿੰਨਾ ਚਿਰ ਤੂੰ ਬੋਲਦਾ ਹੈ। ਜਿਸ ਦਿਨ ਤੂੰ ਬੋਲਣੋਂ ਹਟ ਗਿਆ, ਇਹਨੇ ਵੀ ਤੇਰੇ ਨਾਂ ਬੋਲਣੋਂ ਹਟ ਜਾਣਾ। ਪਤਾ ਨਹੀਂ ਕਿੰਨੇ ਕਮਾਲ ਬਣ ਬਣ ਕੇ ਬਹਿ ਗਏ। ਖਸਮ ਮਰੈ ਤੋਂ ਨਾਰ ਨ ਰੋਵੇ, ਉਸ ਰਖਵਾਰਾ ਔਰੋ ਹੋ। ਫਿਰ ਕਾਹਦਾ ਮਾਣ ਹੈ, ਸਦਾ ਕਰਕੇ ਸੰਸਾਰ ਦੇ ਲਈ ਰਹਿਣਾ, ਤੇ ਮਾਣ ਕਾਹਦਾ ਫਿਰ। ਅਕਬਰ ਨੂੰ ਕਹਿੰਦੇ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕ, ਅਕਬਰ ਬਹਿ ਗਿਆ ਜਾ ਕੇ ਪ੍ਰਸ਼ਾਦਾ। ਇਸੇ ਤਰ੍ਹਾਂ ਜਿਵੇਂ ਆਪਾਂ ਛਕਦੇ ਆ, ਸੇਵਾਦਾਰ ਆਇਆ ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ। ਅਕਬਰ ਨੇ ਵੀ ਉਸੇ ਤਰ੍ਹਾਂ ਦੋ ਹੱਥ ਇਦਾਂ ਕੀਤੇ। ਉਹ ਜਿਹੜਾ ਸੋਨੇ ਚਾਂਦੀ ਦੇ ਬਰਤਨਾਂ 'ਚ ਖਾਣ ਵਾਲਾ ਅੱਜ ਗੁਰੂ ਨਾਨਕ ਦੇ ਘਰ 'ਚ ਆਇਆ ਤੇ ਦੋ ਹੱਥ ਇਦਾਂ, ਦੋ ਹੱਥ ਕਰਕੇ ਪ੍ਰਸ਼ਾਦਾ ਲਿਆ। ਸੇਵਾਦਾਰ ਦੂਸਰਾ ਆਇਆ, ਦਾੜਾ ਵਾਹਿਗੁਰੂ, ਦਾੜਾ ਵਾਹਿਗੁਰੂ। ਉਸੇ ਪ੍ਰਸ਼ਾਦਿਆਂ ਦੇ ਉੱਪਰ ਹੀ ਥੋੜੀ ਜਿਹੀ ਸਬਜ਼ੀ ਪਵਾ ਲਈ, ਦਾਲ ਪਵਾ ਲਈ। ਇਦਾਂ ਹੱਥ 'ਚ ਪ੍ਰਸ਼ਾਦਾ ਫੜ ਕੇ ਅਕਬਰ ਬਾਦਸ਼ਾਹ ਨੇ ਗੋਇੰਦਵਾਲ ਸਾਹਿਬ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਿਆ। ਦੋ ਪ੍ਰਸ਼ਾਦੇ ਛਕੇ, ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਕਹਿੰਦੇ ਜੀ ਹੁਣ ਆ ਜਾਓ। ਸੇਵਾਦਾਰਾਂ ਨੇ ਦੱਸਿਆ ਮਹਾਰਾਜ ਜੀ ਛਕ ਲਿਆ ਪ੍ਰਸ਼ਾਦਾ ਅਕਬਰ ਨੇ ਪੰਗਤ 'ਚ ਬਹਿ ਕੇ। ਮਹਾਰਾਜ ਕਹਿੰਦੇ ਅੱਛਾ, ਫਿਰ ਤੇ ਨਿਮਰਤਾ ਲੈ ਕੇ ਆਇਆ, ਨਿਮਰਤਾ 'ਚ ਆਇਆ। ਲਿਆਓ ਉਹਨੂੰ ਸਾਡੇ ਕੋਲ, ਬੁਲਾ ਲਿਓ, ਬੁਲਾ ਲਿਆ। ਅਕਬਰ ਇੰਨਾ ਕੁ ਪ੍ਰਭਾਵਿਤ ਹੋ ਗਿਆ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਜਾ ਕੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੀ ਮੈਂ ਐਸੀ ਮਰਜ਼ਾਦਾ ਦੁਨੀਆ ਤੇ ਨਹੀਂ ਵੇਖੀ। ਅਕਬਰ ਕਹਿੰਦਾ ਮੈਂ ਨਹੀਂ ਅੱਜ ਤੱਕ ਵੇਖਿਆ। ਮੈਂ ਗੱਲ ਮਰਜ਼ਾਦਾ ਤੋਂ ਸ਼ੁਰੂ ਕੀਤੀ, ਗੁਰੂ ਨਾਨਕ ਦਾ ਘਰ ਕਿਉਂ ਉੱਚਾ ਹੈ ਭਾਈ, ਇਮਾਰਤਾਂ ਕਰਕੇ ਨਹੀਂ, ਇਮਾਰਤਾਂ ਕਰਕੇ ਨਹੀਂ। ਅਕਬਰ ਆਇਆ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਆਉਣਾ ਹੋਇਆ? ਕਹਿੰਦਾ ਜੀ ਆਇਆ ਸੀ, ਸੋਭਾ ਬੜੀ ਸੋਹਣੀ ਸੀ, ਮੈਂ ਸੁਣਦਾ ਬਹੁਤ ਰਿਹਾ, ਮੈਂ ਸੁਣਦਾ ਬਹੁਤ ਰਿਹਾ। ਉੱਚਾ ਦਰ ਬਾਬੇ ਨਾਨਕ ਦਾ, ਅਕਬਰ ਕਹਿੰਦਾ ਮੈਂ ਸੁਣਦਾ ਹੁੰਦਾ ਸੀ। ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ
मैं सुनता रहा। जे इत्थे आया मैं सोभा सुनी सी, मैं वडियाई सुनी सी। मैं सोभा सुन के आया उच्चा दर बाबे नानक दा, उच्चा दर बाबे नानक दा। सोभा सुन के आया उच्चा दर बाबे नानक दा। मैं सोभा कहंदा मैं सोभा सुनी सी, वडियाई सुनी सी, तां आया वेखण वास्ते। पर इत्थे आके पता लगा है किसी नाल कोई वितकरा नहीं करते, सारे ਨੂੰ ਪ੍ਰਸ਼ਾਦਾ ਛਕਾਈ ਜਾਂਦੇ ਨੇ। कोई भी आके बह जाता है उस प्रशादा छका देंगे ने, किसी नाल कोई वितकरा नहीं, किसी को रोकिया नहीं जाता। हुण आपां बैठे आ, किसी को इत्थे रोक सकते हैं भी भाई तू अंदर ना जाई, तू फलानी जात का है, तू फलाने धर्म का है, तू अंदर नहीं बह सकता ना। किसी को नहीं रोक सकते, भावें हिंदू आवे मुसलमान आवे, जिहड़ा मर्जी आके बह, जिहड़ा मर्जी। ये गुरु नानक का घर ते अकबर ने भी यही आख्या, देखी मैं दुनिया को गुरु कर दी शान उचेरी। देखी मैं दुनिया को गुरु कर दी शान उचेरी। देखी मैं दुनिया को गुरु कर दी शान उचेरी। देखी मैं दुनिया को गुरु कर दी शान मिलदा माण दे बाणे नूं, मैं इत्थे आके वेखिया मिलदा माण दे बाणे नूं, हंकार दी टह जाए तेरी। मिलदा माण दे बाणे नूं, हंकार दी टह जाए तेरी। मिलदा माण दे बाणे नूं, हंकार दी टह जाए तेरी। देखी मैं दुनिया को गुरु कर दी शान उचेरी। देखी मैं दुनिया को गुरु कर दी शान उचेरी। देखी मैं दुनिया को गुरु कर दी शान उचेरी। देखी मैं दुनिया को गुरु कर दी शान उचेरी। देखी मैं दुनिया तो गुरु घर दी शान उचेरी। अकबर कहंदा डरे थोड़ा सतगुरु भी अकबर आया, डरे नहीं, क्योंकि आप मेरे तो पहला सुन रहे सी वो निर्भौ है, परमात्मा नूं किसी का डर नहीं। आपां तां कईयां तो डरदे आ, आपां तां डर के चलीदा, पर अकाल पुरख किसी का भै नहीं मनदा, वो डरदा नहीं किसी तो। जिहड़ी गल कहनी है वो कही, जिहड़ी गल करनी है उन्हें कर ही देनी है, किसी तो डरदा नहीं। वो निर्भौ है, वो निर्वैर है, ਉਹਦਾ ਕਿਸੇ ਨਾਲ वैर भी कोई नहीं। अकबर कहंदा है मैं इन्ना प्रभावित होया गुरु नानक दे घर दी मर्यादा तो ते सच्चे पातशाह, मैं तुहानू आप बेनती करदा भी मैं कोई सेवा करके जानी है ते दसो मैं की सेवा करा। अकबर कहंदा इन्नी गल तां लोग कहाउणी चाहुंदे हुंदे, माड़ा जिहा कोई कह दे ते नाल दी नाल लिस्ट सुना दईए भी सड़कां पक्कीਆਂ ਕਰਨ ਵਾਲੀਆਂ जी, आ रहिंदा जी, आ रहिंदा। राजा आया होवे इन्नी गल कह दे भी जो मंगना मंग लो, आपां कसर थोड़ा छड्डांगे। पर मंगण दा भी तरीका चाहिए, मंगण दा भी तरीका होवे।
ਆਪਾਂ ਤੇ ਦੁਨਿਆਵੀ ਚੀਜ਼ਾਂ ਜੁੜ ਜੇ। ਕਿਸੇ ਨੂੰ ਲੱਗੇ ਫਾਂਸੀ ਦੇਣ, ਦੋ ਜਣੇ ਸੀ ਫਾਂਸੀ ਵਾਲਾ ਦਿਨ। ਇੱਕ ਦਿਨ ਪਹਿਲਾਂ ਪੁੱਛਦੇ ਆ, ਕਹਿੰਦੇ ਕੋਈ ਇੱਛਾ ਹੈ ਤੁਹਾਡੀ? ਫਾਂਸੀ ਲਾਈ ਜਾਂਦੀ ਨਾ ਜਿਹਨੂੰ, ਉਹਨੂੰ ਪਹਿਲਾਂ ਇੱਛਾ ਪੁੱਛਦੇ ਆ ਵੀ ਤੇਰੀ ਇੱਛਾ ਕੀ ਹੈ। ਇੱਛਾ ਪੁੱਛੀ ਜਾਂਦੀ ਹੈ। ਉਹ ਲੱਗੇ ਫਾਂਸੀ ਲਾਉਣ, ਕਹਿੰਦੇ ਕੱਲ ਨੂੰ ਤੁਹਾਨੂੰ ਫਾਹੇ ਲਾ ਦਿੱਤਾ ਜਾਣਾ, ਦੱਸੋ ਕੋਈ ਇੱਛਾ ਹੈ? ਇੱਕ ਕਹਿੰਦਾ ਜੀ ਮੇਰੀ ਇੱਛਾ ਹੈ ਮੈਂ ਸਰੰਗੀ ਸਿੱਖਣੀ ਹੈ। ਜਿਹੜੇ ਢਾਡੀ ਸਰੰਗੀ ਵਜਾਉਂਦੇ, ਕਹਿੰਦਾ ਮੈਂ ਸਰੰਗੀ ਸਿੱਖਣੀ ਹੈ। ਉਹਨੂੰ ਪਤਾ ਸੀ ਵੀ ਸਰੰਗੀ ਸਿੱਖਣ ਤੇ ਤਾਂ ਕਈ ਸਾਲ ਲਾ ਦੂੰਗਾ ਮੈਂ, ਉਹਨਾਂ ਚਿਰ ਮੈਂ ਬਚਿਆ ਰਹਾਂ। ਉਹ ਜਿਹੜੇ ਪੁੱਛਦੇ ਸੀ ਇੱਛਾ, ਕਹਿੰਦੇ ਓਏ ਸਰੰਗੀ ਤਾਂ ਕਈ ਸਾਲਾਂ 'ਚ ਸਿੱਖੇਗਾ ਤੂੰ? ਕਹਿੰਦਾ ਫਿਰ ਮੇਰੀ ਤਾਂ ਇੱਛਾ ਇਹੀ ਹੈ, ਮਰਨ ਤੋਂ ਪਹਿਲਾਂ ਮੇਰੀ ਇਹੀ ਇੱਛਾ ਵੀ ਮੈਂ ਸਰੰਗੀ ਸਿੱਖ ਕੇ ਮਰਨਾ ਹੈ। ਕਹਿੰਦੇ ਚਲੋ ਦੇਖਦੇ ਆ। ਦੂਜੇ ਨੂੰ ਪੁੱਛਿਆ, ਕਹਿੰਦੇ ਤੇਰੀ ਕੀ ਇੱਛਾ ਹੈ? ਤੇਰੀ ਇੱਛਾ ਕੀ ਹੈ? ਦੂਜਾ ਕਹਿੰਦਾ ਇੱਛਾ ਤਾਂ ਮੇਰੀ ਵੀ ਇਹੋ ਹੀ ਹੈ ਸਰੰਗੀ ਸਿੱਖਣ ਦੀ, ਪਰ ਮੈਂ ਸਿੱਖਣੀ ਇਹ ਤੋਂ ਹੈ ਜਦੋਂ ਇਹ ਸਿੱਖ ਗਿਆ, ਕਹਿੰਦਾ ਮੈਂ ਇਹ ਤੋਂ ਸਿੱਖੂਗਾ। ਸਰੰਗੀ ਮੈਂ ਸਿੱਖਣੀ ਹੈ ਪਰ ਸਿੱਖਣੀ ਇਹ ਤੋਂ ਹੈ, ਇਦਾਂ ਦੀ ਇੱਛਾ। ਇੱਕ ਨੂੰ ਪੁੱਛਿਆ, ਕਹਿੰਦੇ ਤੇਰੀ ਇੱਛਾ ਕੀ ਹੈ? ਅੰਤਿਮ ਇੱਛਾ, ਕਹਿੰਦਾ ਇੱਛਾ ਇਹੋ ਹੀ ਹੈ ਜੀ ਜਿਹੜਾ ਰੱਸਾ ਮੇਰੇ ਗਲ 'ਚ ਪਾਉਣਾ ਕਿਸੇ ਹੋਰ ਦੇ ਗਲ 'ਚ ਪਾ ਦੇ। ਇਹੋ ਜੀ ਇੱਛਾ ਦੱਸੋ ਕੌਣ ਪੂਰੀ ਕਰੂ? ਮੰਗਣ ਦਾ ਵੀ ਤਰੀਕਾ ਚਾਹੀਦਾ। ਰਾਜਾ ਲੱਗਿਆ ਜਾਂਦਾ ਸੀ ਕਿਸੇ ਮਿਹਨਤ ਕਰਦੇ ਕਿਸਾਨ ਨੂੰ ਵੇਖ ਕੇ ਬੜਾ ਖੁਸ਼ ਹੋਇਆ, ਕਹਿੰਦਾ ਓਏ ਤੇਰੇ ਤੇ ਬਹੁਤ ਖੁਸ਼ ਹਾਂ, ਜੋ ਮੰਗਣਾ ਮੰਗ ਲੈ, ਜੋ ਮੰਗਣਾ ਮੰਗ ਲੈ। ਮੰਗਣਾ ਵੀ ਕਿਸੇ ਕਿਸੇ ਨੂੰ ਆਉਂਦਾ, ਕਿਸੇ ਕਿਸੇ ਨੂੰ। ਕਹਿੰਦਾ ਮੰਗ ਲੈ, ਕੀ ਮੰਗਣਾ ਹੈ? ਉਹ ਕਹਿੰਦਾ ਜੀ ਘਰੇ ਤੂੜੀ ਮੁੱਕੀ ਪਈ ਆ, ਪੰਡ ਦੇ ਦਿਓ ਤੂੜੀ। ਤੂੜੀ ਹੈ ਨਹੀਂ ਸੰਨੀ ਰਲਾਉਣ ਨੂੰ, ਪਸ਼ੂ ਖੁਰਲੀਆਂ ਤੇ ਭੁੱਖੇ ਖੜੇ। ਉਹ ਰਾਜਾ ਕਹਿੰਦਾ ਮੈਂ ਰਾਜਾ, ਖੁੱਲੇ ਜਿਹੇ ਦਿਲ ਨਾਲ ਮੰਗ ਲੈ, ਖੁੱਲੇ ਜਿਹੇ ਦਿਲ ਨਾਲ। ਕਹਿੰਦਾ ਜੀ ਚੰਗਾ, ਜੇ ਖੁੱਲੇ ਦਿਲ ਨਾਲ ਮੰਗਣਾ ਫਿਰ ਤੂੜੀ ਦਾ ਗੱਡਾ ਭਰ ਕੇ ਦੇ ਦੇ, ਜੇ ਪੰਡ ਨਹੀਂ ਦੇਣੀ ਗੱਡਾ ਭਰ ਦੇ, ਮੰਗਣੀ ਤਾਂ ਤੂੜੀ ਹੋਈ ਹੈ। ਮੰਗਣ ਦਾ ਵੀ ਸਲੀਕਾ ਚਾਹੀਦਾ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਨਾਮ ਮੰਗ ਲਓ, ਕੁਝ ਮੰਗਣ ਵਾਸਤੇ ਇੱਛਾ ਰਹੀ ਨਹੀਂ ਜਾਏਗੀ, ਸਭ ਕੁਝ ਹੀ ਆ ਜਾਏਗਾ। ਅਕਬਰ ਕਹਿ ਰਿਹਾ ਖੁਦ, ਦੱਸੋ ਮੈਂ ਕੀ ਸੇਵਾ ਕਰਕੇ ਜਾਵਾਂ? ਮੈਥੋਂ ਸੇਵਾ ਜਿਹੜੀ ਮਰਜ਼ੀ ਲੈ ਲਓ, ਜਿੰਨੀ ਜ਼ਮੀਨ ਕਹੋਗੇ। ਇੱਕ ਵਾਰੀ ਇਸ਼ਾਰਾ ਹੀ ਕਰ ਦਿਓ ਵੀ ਇੰਨੀ ਜ਼ਮੀਨ ਚਾਹੀਦੀ ਹੈ, ਨਾਲ ਦੀ ਨਾਲ ਲਿਖ ਕੇ ਦੇ ਦਿਆਂਗਾ, ਤੁਹਾਡੇ ਨਾਂ ਕਰ ਦਿਆਂਗਾ। ਆ ਲੰਗਰ ਕਦੇ ਬੰਦ ਨਾ ਹੋਣ। ਜਿਹੜੇ ਲੰਗਰ 'ਚ ਬਹਿ ਕੇ ਮੈਂ ਪ੍ਰਸ਼ਾਦਾ ਛਕ ਕੇ ਆਇਆ ਨਾ, ਅਕਬਰ ਕਹਿੰਦਾ ਇਹ ਕਦੇ ਬੰਦ ਨਾ ਹੋਵੇ, ਇਸੇ ਤਰ੍ਹਾਂ ਹੀ ਚੱਲੇ। ਜਿੰਨੀ ਜ਼ਮੀਨ ਲੈਣੀ ਹੈ ਮੈਥੋਂ ਲੈ ਲਓ। ਗੁਰੂ ਅਮਰਦਾਸ ਪਾਤਸ਼ਾਹ ਵੇਖੋ ਨਿਮਰਤਾ ਦੇ ਪੁੰਜ। ਸਾਡੇ ਸਤਿਗੁਰਾਂ ਨੇ ਆਖਿਆ, ਅਕਬਰ ਤੈਨੂੰ ਕਿਵੇਂ ਭੁਲੇਖਾ ਪਾਤਾ ਬਈ ਵੀ ਲੰਗਰ ਜ਼ਮੀਨਾਂ ਦੇ ਸਿਰ ਤੇ ਚੱਲਦੇ ਆ? ਅਕਬਰ ਕਹਿੰਦਾ ਇੰਨੀ ਸੰਗਤ ਛਕ ਛਕ ਕੇ ਮੁੜੀ ਜਾਂਦੀ ਹੈ, ਜ਼ਮੀਨ ਹੋਏਗੀ, ਫਸਲ ਫਸਲ ਬੀਜਦੇ ਹੋਵੋਗੇ ਤਾਂ ਹੀ ਲੰਗਰ ਪੱਕਦਾ ਹੈ। ਮਾਰੇ ਕਹਿੰਦੇ ਨਾ, ਜ਼ਮੀਨਾਂ ਦੇ ਸਿਰ ਤੇ ਲੰਗਰ ਨਹੀਂ ਚੱਲਦੇ ਗੁਰੂ ਨਾਨਕ ਦੇ ਘਰ 'ਚ, ਜ਼ਮੀਨਾਂ ਦੇ ਸਿਰ ਤੇ ਨਹੀਂ। ਅਕਬਰ ਕਹਿੰਦਾ ਜੀ ਫਿਰ ਕਾਹਦੇ ਸਿਰ ਤੇ ਚੱਲਦੇ ਆ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਹੜੇ ਛਕ ਛਕ ਕੇ ਮੁੜੀ ਜਾਂਦੇ ਆ, ਇਹਨਾਂ ਦੇ ਸਿਰ ਤੇ ਚੱਲਦੇ ਆ। ਜਿਹੜੀ ਸੰਗਤ ਆਈ ਜਾਂਦੀ ਹੈ, ਜਿੰਨਾ ਚਿਰ ਛਕਣ ਵਾਲੇ ਆਉਣਗੇ ਲੰਗਰ ਕਦੇ ਥੁੜਦਾ ਹੀ ਨਹੀਂ ਹੈ, ਸਾਰੀ ਉਮਰ ਇਦਾਂ ਹੀ ਚੱਲੇਗਾ। ਲੰਗਰ ਨਹੀਂ ਕਦੇ ਮਸਤਾਨਾ ਹੋਏਗਾ। ਛਕਣ ਵਾਲੇ ਆਈ ਜਾਣ, ਜਿੰਨਾ ਮਰਜ਼ੀ ਛਕੀ ਜਾਣ, ਇਹ ਲੰਗਰ ਇਸੇ ਤਰ੍ਹਾਂ ਚੱਲਦਾ ਰਹਿਣਾ, ਗੁਰੂ ਨਾਨਕ ਦਾ ਲਾਇਆ ਲੰਗਰ। ਅਕਬਰ ਕਹਿੰਦਾ ਫਿਰ ਮੈਂ ਤੇ ਸੇਵਾ ਕਰਨੀ ਹੈ ਕੋਈ ਨਾ ਕੋਈ, ਦੱਸੋ ਮੈਂ ਕੀ ਕਰਾਂ? ਤੇ ਵੇਖੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ, ਭੈਣਾ ਇੱਕ ਵਾਰੀ ਜ਼ਰੂਰ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਆਖਿਆ ਕਰੋ, ਮਹਾਰਾਜ ਤੁਹਾਡਾ ਉਪਕਾਰ ਅਸੀਂ ਕਦੇ ਭੁਲਾ ਨਹੀਂ ਸਕਦੀਆਂ। ਕਿਉਂ? ਭਾਰਤ ਦੀ ਧਰਤੀ ਤੇ ਸਤੀ ਪ੍ਰਥਾ ਦਾ ਬਹੁਤ ਗਲਤ ਰਿਵਾਜ ਤੋਰਿਆ ਹੋਇਆ ਸੀ। ਘਰ ਵਾਲਾ ਚੜ੍ਹਾਈ ਕਰ ਜਾਂਦਾ, ਬੀਬੀ ਨੂੰ ਜਿਉਂਦੀ ਨੂੰ ਸਾੜਦੇ ਸੀ, ਨਾਲ ਸਤੀ ਹੋ ਗਈ, ਕਹਿੰਦੇ ਸਤੀ ਹੋ ਗਈ, ਜਿਉਂਦੀ ਨੂੰ ਸਾੜਿਆ ਜਾਂਦਾ ਸੀ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਅਕਬਰ ਜੇ ਕੋਈ ਸੇਵਾ ਕਰਕੇ ਜਾਣੀ ਹੋਈ ਹੈ, ਜੇ ਚਾਹੁੰਦਾ ਵੀ ਸੇਵਾ ਕਰਾਂ, ਓਏ ਸੇਵਾ ਉਹ ਕਰ ਜਿਹੜੀ ਤੂੰ ਕਰ ਸਕਦਾ ਹੈ। ਆ ਜ਼ਮੀਨਾਂ ਜਮੂਨਾਂ ਪੈਸਿਆਂ ਵਾਲੀ ਸੇਵਾ ਇਹ ਤਾਂ ਸੰਗਤਾਂ ਕਰੀ ਜਾਂਦੀਆਂ ਨੇ, ਜਿਹੜੀ ਤੇਰੇ ਤੋਂ ਹੋ ਸਕਦੀ ਆ ਉਹ ਸੇਵਾ ਕਰ। ਕਹਿੰਦਾ ਜੀ ਦੱਸੋ? ਮਹਾਰਾਜ ਕਹਿੰਦੇ ਭਾਰਤ ਵਿੱਚੋਂ ਸਤੀ ਪ੍ਰਥਾ ਬੰਦ ਕਰ ਦੇ। ਕੋਈ ਵੀ ਸੁਹਾਗਣ, ਕੋਈ ਵੀ ਬੱਚੀ, ਕੋਈ ਵੀ ਭੈਣ
ਆਪਣੇ ਪਤੀ ਦੀ ਚਿਖਾ ਵਿੱਚ ਸੜ ਕੇ ਨਾ ਮੱਚੇ। ਮਰਨ ਵਾਲਾ ਤਾਂ ਮਰ ਜਾਂਦਾ, ਬਾਅਦ ਚ ਉਹਨੂੰ ਕਿਉਂ ਸਾੜਿਆ ਜਾਂਦਾ ਹੈ ਜਿਉਂਦੀ ਨੂੰ? ਜੇ ਘਰ ਵਾਲਾ ਮਰ ਜਾਂਦਾ ਘਰ ਵਾਲੀ ਨੂੰ ਜਿਉਂਦੀ ਨੂੰ ਸਾੜਦੇ ਸੀ, ਜੇ ਘਰ ਵਾਲੀ ਮਰ ਜਾਂਦੀ ਘਰ ਵਾਲਾ ਸਿਵਾ ਠੰਡਾ ਨਹੀਂ ਸੀ ਹੋਣ ਦਿੰਦਾ, ਨਾਲ ਦੀ ਨਾਲ ਦੂਜਾ ਵਿਆਹ ਕਰਾ ਲੈਂਦਾ ਸੀ। ਸੱਚੇ ਪਾਤਸ਼ਾਹ ਕਹਿੰਦੇ ਸਤੀ ਪ੍ਰਥਾ ਬੰਦ ਕਰ ਦੇ। ਉਸੇ ਵੇਲੇ ਕੋਲੇ ਬਿਠਾ ਕੇ ਅਕਬਰ ਨੂੰ, ਕੋਲੇ ਬਿਠਾ ਕੇ ਉਹ ਤੋਂ ਲਿਖਤੀ ਰੂਪ ਚ ਲਿਆ। ਅਕਬਰ ਕਹਿੰਦਾ ਮੇਰੇ ਸਾਰੇ ਸੂਬੇ ਦੇ ਸੂਬੇਦਾਰਾਂ ਨੂੰ ਬੇਨਤੀ, ਇਹ ਮੇਰਾ ਹੁਕਮ ਹੈ, ਸਾਰੇ ਸੂਬੇ ਦੇ ਸੂਬੇਦਾਰਾਂ ਨੂੰ ਮੇਰਾ ਹੁਕਮ ਹੈ, ਅੱਜ ਤੋਂ ਬਾਅਦ ਕੋਈ ਵੀ ਬੀਬੀ ਆਪਣੇ ਪਤੀ ਦੀ ਚਿਖਾ ਵਿੱਚ ਸੜਕੇ ਨਹੀਂ ਮੱਚੇਗੀ। ਇਹ ਪ੍ਰਥਾ ਅੱਜ ਤੋਂ ਬਾਅਦ ਬੰਦ। ਅਕਬਰ ਤੋਂ ਇਹ ਲਿਖਤੀ ਰੂਪ ਚ ਲਿਆ ਸੀ। ਵੇਖੋ ਕਿੱਡਾ ਵੱਡਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤਾ। ਮਰਜ਼ਾਦਾ ਤੋਂ ਪ੍ਰਭਾਵਿਤ ਹੋ ਕੇ, ਗੁਰੂ ਘਰ ਦੀ ਸ਼ਾਨ ਵੇਖ ਕੇ ਅਕਬਰ ਨੇ ਸਤੀ ਪ੍ਰਥਾ ਬੰਦ ਕੀਤੀ। ਐਡੀ ਵੱਡੀ ਗਲਤ ਰਸਮ ਸਾਡੇ ਤੀਸਰੇ ਗੁਰੂ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਬੰਦ ਕਰਾਈ ਹੈ। ਐਡੀ ਵੱਡੀ ਗਲਤ ਰਸਮ, ਤੇ ਜੇ ਇਹ ਰਸਮ ਨਾ ਬੰਦ ਹੁੰਦੀ, ਅੱਜ ਨਿਤ ਪਿੰਡਾਂ ਵਿੱਚ ਸਿਵੇ ਵੜਦੇ ਆ ਨਸ਼ੇੜੀਆਂ ਦੇ, ਨਸ਼ੇੜੀਆਂ ਦੇ। ਜਿਹੜੇ ਪਿੰਡ ਚਲੇ ਜਾਓ, ਕੋਈ ਕਹਿੰਦਾ ਜੀ ਮਹੀਨਾ ਪਹਿਲਾਂ, ਇੱਕ ਮਹੀਨਾ ਪਹਿਲਾਂ ਹੀ ਮਰਿਆ, ਕੋਈ ਕਹਿੰਦਾ 10 ਦਿਨ ਪਹਿਲਾਂ ਮਰਿਆ। ਨਸ਼ੇੜੀ ਨਸ਼ੇ ਕਰਕੇ, ਸ਼ਰਾਬ ਬਾਹਲੀ ਪੀਂਦਾ ਸੀ, ਨਸ਼ਾ ਬਹੁਤ ਕਰਦਾ ਸੀ। ਤੇ ਜੇ ਇਹ ਰਸਮ ਨਾ ਬੰਦ ਹੁੰਦੀ ਅੱਜ ਕੱਲ, ਫਿਰ ਇਹ ਨਸ਼ੇੜੀਆਂ ਦੇ ਨਾਲ ਬੀਬੀਆਂ ਨੂੰ ਵੀ ਸੜ ਕੇ ਮਰਨਾ ਪੈਣਾ ਸੀ, ਜਿਉਂਦੀਆਂ ਨੂੰ ਸਾੜਿਆ ਜਾਂਦਾ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਹੈ। ਇਸ ਕਰਕੇ ਗੁਰੂ ਨਾਨਕ ਦਾ ਕਰ ਸਿਧਾਂਤਾਂ ਕਰਕੇ ਉੱਚਾ ਹੈ, ਬਿਲਡਿੰਗਾਂ ਕਰਕੇ ਨਹੀਂ। ਉੱਚਾ ਦਰ ਬਾਬੇ ਨਾਨਕ ਦਾ। ਇਹ ਮੈਂ ਥੋੜੀਆਂ ਜਿਹੀਆਂ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਕੀਤੀਆਂ ਨੇ, ਕਿਉਂਕਿ ਸਿਹਤ ਕੁਝ ਠੀਕ ਨਹੀਂ ਸੀ। ਅੱਜ ਇੱਕ ਤੇ ਸਫ਼ਰ ਹੋ ਜਾਂਦਾ ਬਹੁਤ ਜ਼ਿਆਦਾ। ਇੱਕ ਰਾਤ ਨੂੰ ਸਾਰੀ ਰਾਤ ਗੱਡੀ 'ਚ ਲੰਘ ਜਾਂਦੀ ਹੈ। 3:30 ਵਜੇ ਆਏ ਆ, ਫਿਰ ਇੱਧਰ ਨੂੰ ਆਉਣਾ ਸੀ ਤੁਹਾਡੇ ਨਾਲ। ਹੁਣ ਰਾਤ ਦਾ ਦੀਵਾਨ ਅਮਲੋਹ ਸ਼ਹਿਰ ਹੈ, ਇਸ ਕਰਕੇ ਇੰਨੀ ਕੁ ਸੇਵਾ ਜੀ ਨੇ ਪ੍ਰਵਾਨ ਕਰਨੀ। ਪਰਿਵਾਰ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਹਾਰਾ ਆਸਰਾ ਲਿਆ ਗਿਆ। ਗੁਰਮਤਿ ਸਮਾਗਮ ਪੂਰੀ ਸੰਗਤ ਦੇ ਸਹਿਯੋਗ ਨਾਲ, ਪੂਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਸਮਾਗਮ 3 ਦਿਨ ਉਲੀਕੇ ਗਏ ਸਨ। ਅੱਜ ਅਖੀਰਲੇ ਦੀਵਾਨ ਦੀ ਆਪਾਂ ਹਾਜ਼ਰੀ ਭਰ ਰਹੇ ਹਾਂ। ਆਓ ਹੁਣ ਆਪਾਂ ਆਨੰਦ ਸਾਹਿਬ ਪੜਾਂਗੇ, ਫਿਰ ਅਰਦਾਸ, ਹੁਕਮਨਾਮੇ, ਫਿਰ ਕੜਾਹ ਪ੍ਰਸ਼ਾਦ ਵਰਤੇਗਾ। ਲੰਗਰ ਪਾਣੀ ਤਿਆਰ ਕੀਤਾ ਗਿਆ, ਸਭ ਨੇ ਲੋੜ ਮੁਤਾਬਕ ਭਾਈ ਛਕ ਕੇ ਜਾਣਾ। ਸਾਰੀ ਸੰਗਤ ਦਾ ਧੰਨਵਾਦ, ਨਗਰ ਨਿਵਾਸੀਆਂ ਦਾ ਧੰਨਵਾਦ, ਗੁਰਸਿੱਖ ਪਰਿਵਾਰ ਦਾ ਧੰਨਵਾਦ, ਭਾਈ ਪ੍ਰਗਟ ਸਿੰਘ ਦਾ ਧੰਨਵਾਦ, ਮੁਦਕੀ ਵਾਲੇ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਹਾਜ਼ਰੀ ਭਰੀ, 3 ਦਿਨ ਹਾਜ਼ਰੀ ਭਰਦੇ ਰਹੇ। ਸਤਿਗੁਰੂ ਜੀ ਦੀ ਕਿਰਪਾ ਹੈ, ਮਹਾਰਾਜ ਕਿਰਪਾ ਕਰਨ, ਮਿਹਰ ਕਰਨ, ਪ੍ਰਚਾਰ ਕਰਨ ਦਾ ਇਹਨਾਂ ਨੂੰ ਹੋਰ ਵੀ ਉਦਮ ਬਖਸ਼ਿਸ਼ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ, ਦਾਸ ਖਿਮਾ ਮੰਗਦਾ ਹੈ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਪੜ੍ਹ ਕੇ ਫਿਰ ਆਪਾਂ ਅਰਦਾਸ ਵਿੱਚ ਕੋਈ ਰਸਨਾਬਾਜ਼ੀ ਨਾ ਰਵੇ, ਸਾਰੇ ਪਿਆਰ ਨਾਲ ਪੜ੍ਹਿਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਨੇ
ताप निवारण हारा दुखन ता सुखरास ताको बिघन ना को लागै जाकी प्रभ अगे अरदास एक ओंकार। श्री वाहिगुरु जी की फतेह। वार श्री भगवती जी की पातशाही दसवीं प्रथम भगवती सिमर कै गुरु नानक लई ध्याए। फिर अंगद गुरु ते अमरदास रामदास होना सहाई। अर्जन हर गोबिंद नाम सिमरो श्री हर राय। श्री हर कृष्ण ते आया सिੱਠੇ सब पुजाए। तेग बहादुर सिमरिया घर नाम दे आवे धाए। सब थाई होए सहाय दसवें पातशाह साहिब श्री गुरु गोबिंद सिंह जी महाराज। सब थाई होना जी सहाय दसां पातशाहियां दी जोत प्रतख सतगुरु चावर तख्त छत्र जी दे मालक धन धन साहिब श्री गुरु ग्रंथ साहिब महाराज जी दे पाठ दर्शन करदा ध्यान करके बोलना जी। पंजा प्यारियां चौहां साहिबजादियां 40 मुक्तियां हट्टियां जपियां तपियां जिन्हां नाम जपिया वंड के छकिया देख चलाई ते गवाही देख सुन के अनडिठ कीता। तिन्हां प्यारियां चेहरिਆਂ ਦੀ पवित्र कमाई दा ध्यान करके बोलना जी। जिन्ना सिंघा सिंघणियां ने धर्म हेत सीस दित्ती बंद बंद कटवाई कोपियां लोहाइयां चरखड़ियां ते चढ़े तन आरे नाल चराए। गुरुद्वारियां दी सेवा लई कुर्बानियां कीतियां धर्म निहारिया सिੱਖੀ केसां स्वासा संग निभाही। तिन्ना गुरमुखां माइयां भुजंगियां दी पवित्र घल कमाई दा ध्यान करके बोलना जी। पंजां तख्तां सबत गुरुद्वारियां गुरु धामां दा ध्यान करके बोलना जी। प्रथमे सरबत खालसा जी की अरदास है जी। सरबत खालसा जी को वाहिगुरु 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 आप जी दा पवित्र नाम चित आवे। चित आवन का सदका सर्व सुख होवै। जहाँ जहाँ खालसा जी साहिब तहाँ तहाँ रचिया रहा है। देख देख फतेह बिरद की पैज पंथ की जीत श्री साहिब जी सहाय। खालसा जी के बोल वाले बोलना जी। बख्शो जी महाराज सिखां नूं सिੱਖੀ दान केश दान रहत दान विवेक दान विसाहु दान भरोसा दान दाना सरदान नामदान श्री अमृतसर साहिब जी के दर्शन इशनान चौकियां झंडे बुंगे जुगो जुग अटल धर्म का जयकारा बोलना जी। आप जी दे सिखां दा मन नीवा मत उची मत के राखे आप अकाल पुरख वाहिगुरु। हे अपने पंथ दे सदा सहाई दातार पिता जीओ। श्री ननकाना साहिब ते होर गुरुद्वारियां गुरु धामां दे जिन्हां तो प्यारे पंथ नूं विछोड़िया गया है खुले दर्शन दीदार ते सेवा संभाल दा दान प्यारे खालसा जी नूं बख्शो। हे निमाणियां दे मान सतगुरु निताणियां दे ताण सतगुरु निओटियां दी ओट सतगुरु धन धन साहिब श्री गुरु ग्रंथ साहिब जी महाराज। आप जी दे हजूर अरदास बेनती है सच्चे पातशाह आप जी दी बड़ी महान कृपा बख्शिश रहम सदका समूह गुरमुख परिवार ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ 3 ਦਿਨਾਂ ਦੇ ਗੁਰਮੁਖ ਸਮਾਗਮਾਂ ਦੀ ਬਖਸ਼ਿਸ਼ ਹੋਈ ਮਹਾਰਾਜ। ਆਪ ਜੀ ਦੀ ਕਿਰਪਾ ਸਦਕਾ ਇਸ ਪੰਡਾਲ ਦੇ ਤੀਸਰੇ ਅਤੇ ਆਖਰੀ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਬਰਸਾਏ ਜੱਥਿਆਂ ਵੱਲੋਂ ਕਥਾ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ। ਬਾਣੀ ਪੜ੍ਹਦਿਆਂ ਤੋਂ ਕਥਾ ਕੀਰਤਨ ਕਰਦਿਆਂ ਤੋਂ एक नहीं अनेक प्रकार दियां भुल्लां गलतियां त्रुटियां रह जांदियां ने। अनजान बच्चे समझ के माफ करना जी। अगे वास्ते समत बख्शिश करनी सुस्पष्ट बाणी पढ़न दी कथा कीर्तन करन दी समर्था ताकत बल बुद्धि बख्शिश करनी। समूह परिवार नूं चढ़दियां कलां बख्शिश करनी है महाराज। आप जी दे हजूर परिवारां वल्लों आप जी नूं सुंदर पोशाके पहनाए गए हन। सेवकां दे जुगो जुग पढ़दे कजणे लोकपुर लोक विसाई होना। किरत कमाईयां दे विचों पंचामृत कड़ा प्रसादी देग हाजिर है जी। दर प्रवान होवे प्रवान होया प्रसाद साध संग दी रसना लायक होवे। जो भी संगतां ने दूरों नेड़ों पहुंच के हाजरियां लवाइयां तिल फुल भेटा कीता सब दियां सेवावां भेटावां दर प्रवान करनियां। गुरसिੱਖੀ जीवन भरोसा मनोकामनावां पूरियां करनियां। अमर दियां दातां बख्शनियां अपने चरनां नाल जोड़ना महाराज। ऐस वक्त कृपा करो इलाही हुक्म बख्श के संगतां नूं निहाल करो जी। सही गुरमुख प्यारे मिलो जिन्हां मिले आप जी दा पवित्र नाम चितावे नानक नाम चढ़दी कला तेरे का खालसा वाहिगुरु जी की फतेह। दोहराया गया भई अकाल की तभी चलायो सब सिखन को हुक्म है गुरु मान्यो। गुरु ग्रंथ जी मान्यो प्रगट गुरां की जो प्रभु को मिल वो चाहे खोज शब्द में राज करेगा खालसा आकी रहे ना। ख्वार हुए सा मिलेंगे बचे शरण जो
ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਰ ਜਿਹੜੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਪ੍ਰਭ ਆਪਣਾ ਹਿਰਦਾ ਧਿਆਏ, ਘਰ ਸਹੀ ਸਲਾਮਤ ਆਏ। ਸੰਤੋਖ ਭਇਆ ਸੰਸਾਰੇ, ਗੁਰ ਪੂਰਾ ਲੈ ਤਾਰੇ। ਪ੍ਰਭ ਆਪਣਾ ਹਿਰਦਾ ਧਿਆਏ, ਘਰ ਸਹੀ ਸਲਾਮਤ ਆਏ। ਸੰਤੋਖ ਭਇਆ ਸੰਸਾਰੇ, ਗੁਰ ਪੂਰਾ ਲੈ ਤਾਰੇ। ਸੰਤ ਹੋ ਪ੍ਰਭ ਮੇਰਾ ਸਦਾ ਦਿਆਲਾ, ਆਪਣੇ ਭਗਤ ਕੀ ਗਣਤ ਨ ਗਣਈ। ਰਾਖੈ ਬਾਲ ਗੋਪਾਲਾ ਰਹਾਉ, ਹਰ ਨਾਮ ਹਿਰਦੈ ਔਰ ਤਾਰੇ। ਤੈਨ ਸਭੇ ਥੋਕ ਸਵਾਰੇ, ਗੁਰ ਪੂਰਾ ਤੁਸ ਦੀਆ। ਫਿਰ ਨਾਨਕ ਦੁਖ ਨ ਥੀਆ, ਹਰ ਨਾਮ ਹਿਰਦਾ ਉਰ ਤਾਰੇ। ਤੈਨ ਸਭੇ ਥੋਕ ਸਵਾਰੇ, ਗੁਰ ਪੂਰਾ ਤੁਸ ਦੀਆ। ਫਿਰ ਨਾਨਕ ਦੁਖ ਨ ਥੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਨਗਰ ਨਿਵਾਸੀ ਗੁਰਸਿੱਖ ਸੰਗਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਤੇ ਸਤਿਗੁਰਾਂ ਨੇ ਬੜੀ ਮਿਹਰ ਕੀਤੀ, ਜੋ ਕਿ 3 ਦਿਨਾਂ ਦੇ ਗੁਰਮਤਿ ਸਮਾਗਮ ਬਖਸ਼ਿਸ਼ ਹੋਏ। ਸਤਿਗੁਰਾਂ ਦੀ ਕਿਰਪਾ ਦੇ ਨਾਲ ਪਵਿੱਤਰ ਹੁਕਮਨਾਮਿਆਂ ਦੇ ਨਾਲ ਸਮਾਪਤੀ ਹੋਈ ਹੈ। ਸੋ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ, ਸੇਵਾ ਕੀਤੀ ਹੈ, ਧੰਨਤਾ ਦੇ ਯੋਗ ਹੋ। ਸੋ ਕੁਝ ਗੁਰਮੁਖ ਪਿਆਰਿਆਂ ਨੂੰ ਸਨਮਾਨਿਤ ਕਰਨਾ ਹੈ। ਸੋ ਉਸ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਸਮੂਹ ਪ੍ਰਬੰਧਕਾਂ ਨੂੰ ਕਿ ਸਤਿਕਾਰਯੋਗ ਬਾਬਾ ਜੀ ਨੂੰ, ਬਾਬਾ ਧਰਮਵੀਰ ਸਿੰਘ ਜੀ ਨੂੰ, ਜੋ ਕਿ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਓ, ਸਨਮਾਨਿਤ ਕਰਨ ਦੀ ਕਿਰਪਾਲਤਾ ਕਰਨੀ। ਉਸ ਤੋਂ ਬਾਅਦ ਜਿਨ੍ਹਾਂ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਕੀਤਾ ਹੈ, ਸੋ ਜੋ ਕਿ ਨਾਲ ਜਪਜੀ ਸਾਹਿਬ ਦੇ ਪਾਠ ਕੀਤੇ ਹਨ, ਉਹਨਾਂ ਨੂੰ ਵੀ ਦਸੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਬਾਅਦ ਦੇ ਵਿੱਚ ਆ ਕੇ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ। ਸੋ ਉਸ ਤੋਂ ਬਾਅਦ ਜੋ ਕਿ ਸੇਵਾਦਾਰ ਹਨ ਵੇਨ, ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਸਾਰੇ ਨੇੜੇ ਆਉਣ ਦੀ ਕਿਰਪਾਲਤਾ ਕਰੋ। ਸੋ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਜੋ ਕਿ ਬਾਬਾ ਧਰਮਵੀਰ ਸਿੰਘ ਜੀ, ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਬੇਨਤੀ ਹੈ ਪ੍ਰਬੰਧਕਾਂ ਨੂੰ, ਚਲੋ ਜੀ।
ਬੋਲੇ ਸੋ ਨਿਹਾਲ। ਸੁਰ ਬੇਨਤੀ ਕਰਦੇ ਆ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਗਟ ਸਿੰਘ, ਇਹਨਾਂ ਨੇ ਵੀ 3 ਦਿਨ ਹਾਜ਼ਰੀ ਭਰੀ ਹੈ। ਸੋ ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਸੋ ਹੁਣ ਜੋ ਕਿ ਜਥੇ ਦੇ ਸਿੰਘ ਹਨ ਸਾਰੇ ਉਹ ਵੀ ਸਿਰਪਾਓ ਪ੍ਰਾਪਤ ਕਰਨ। ਸੋ ਇਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਆ ਕੇ ਸਿਰਪਾਓ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਗੁਰਮੁਖ ਪਿਆਰਿਆਂ ਜਿਨ੍ਹਾਂ ਨੇ ਸੇਵਾ ਕੀਤੀ ਉਹ ਵੀ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਲੱਬ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਉਹ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਣ ਦੀ ਕਿਰਪਾਲਤਾ ਕਰੋ ਜੀ, ਤਾਂ ਕਿ ਜੋ ਆਪਣਾ ਇਹ ਸਨਮਾਨ ਦਾ ਪ੍ਰੋਗਰਾਮ ਹੈ ਜਲਦੀ ਸਮਾਪਤੀ ਹੋ ਸਕੇ, ਕਿਉਂਕਿ ਜਥੇ ਨੇ ਅੱਗੇ ਵੀ ਜਾਣਾ ਹੈ। ਸੋ ਬੇਨਤੀ ਹੈ ਜਲਦੀ ਤੋਂ ਜਲਦੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰੋ ਜੀ। ਸਤਿ ਸ੍ਰੀ ਅਕਾਲ। ਸੋ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਹਨ। ਸੋ ਬਹੁਤ ਵੱਡੀ ਸੇਵਾ ਹੈ, ਸਾਰੇ ਨਗਰ ਨੇ ਰਲ ਮਿਲ ਕੇ ਬਹੁਤ ਹੀ ਸੋਹਣਾ ਗੁਰਮਤਿ ਸਮਾਗਮ ਕੀਤਾ ਹੈ। ਸੋ ਸਾਰਾ ਨਗਰ ਧੰਨਤਾ ਦੇ ਯੋਗ ਹੈ। ਇਹੋ ਜਿਹੇ ਸਮਾਗਮ ਸਾਨੂੰ ਕਰਨੇ ਚਾਹੀਦੇ ਹੈ ਤਾਂ ਕਿ ਸਾਡੇ ਨਗਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਵੱਧ ਤੋਂ ਵੱਧ ਹੋ ਸਕੇ, ਸਾਡੇ ਆਉਣ ਵਾਲੀ ਪਨੀਰੀ ਬੱਚੇ ਗੁਰੂ ਘਰ ਦੇ ਨਾਲ ਜੁੜ ਸਕਣ। ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਹੈ ਨੌਜਵਾਨਾਂ ਦਾ। ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਬਾਬਾ ਜੀ ਆਓ ਤੁਸੀਂ ਵੀ ਆਪਣਾ ਸਨਮਾਨ ਪ੍ਰਾਪਤ ਕਰੋ। ਸੋ ਬਾਕੀ ਸਰਦਾਰ ਬਾਬੂ ਸਿੰਘ ਜੀ ਰਿਟਾਇਰਡ ਡੀਐਸਪੀ ਉਹ ਵੀ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ। 2 ਮਿੰਟ ਵਾਸਤੇ ਸੰਗਤਾਂ ਦਾ ਧੰਨਵਾਦ ਵੀ ਕਰਨਗੇ। ਸਰਦਾਰ ਬਾਬੂ ਸਿੰਘ ਜੀ ਰਿਟਾਇਰਡ ਡੀਐਸਪੀ। ਬਾਬੂ ਸਿੰਘ ਜੀ ਰਿਟਾਇਰਡ ਡੀਐਸਪੀ। ਸਰਦਾਰ ਬਾਬੂ ਸਿੰਘ ਜੀ ਰਿਟਾਇਰਡ ਡੀਐਸਪੀ। ਸਤਿ ਸ੍ਰੀ ਅਕਾਲ। ਆਓ ਬਾਬਾ ਜੀ। ਸੋ ਸਤਿਕਾਰਯੋਗ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਸਤਿ ਸ੍ਰੀ ਅਕਾਲ। ਆਓ ਜੀ। ਸਤਿ ਸ੍ਰੀ ਅਕਾਲ। ਆਓ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆਜੋ ਬਾਬਾ। ਸਤਿ ਸ੍ਰੀ ਅਕਾਲ। ਸੋ ਸਾਊਂਡ ਵਾਲਿਆਂ ਨੂੰ ਬੇਨਤੀ ਹੈ ਕਿ ਮਾਈਕ ਦੇ ਦੇਣ ਸਰਦਾਰ ਬਾਬੂ ਸਿੰਘ ਜੀ ਡੀਐਸਪੀ, ਇਹਨਾਂ ਨੇ ਉੱਥੇ ਖੜ ਕੇ ਹੀ ਸੰਗਤਾਂ ਦਾ ਧੰਨਵਾਦ ਕਰਨਾ ਹੈ। ਸਤਿ ਸ੍ਰੀ ਅਕਾਲ। ਸੋ ਹੋਰ ਵੀ ਜੇ ਕਿ ਨੌਜਵਾਨ ਵੀਰ ਸਿਰਪਾਓ ਪ੍ਰਾਪਤ ਕਰਨਾ ਚਾਹੁੰਦਾ ਹੋ ਸਟੇਜ ਤੇ ਆ ਕੇ ਪ੍ਰਾਪਤ ਕਰੋ ਜੀ, ਕਿਉਂਕਿ ਕਈ ਵਾਰੀ ਕਿਸੇ ਦਾ ਨਾਮ ਭੁੱਲ ਜਾਂਦੇ ਹਾਂ, ਨਹੀਂ ਨਾਂ ਲਿਆ ਜਾਂਦਾ। ਸੋ ਬੇਨਤੀ ਹੈ ਜਿਨ੍ਹਾਂ ਨੌਜਵਾਨਾਂ ਨੇ ਸੇਵਾ ਕੀਤੀ ਆ ਕੇ ਗੁਰੂ ਘਰ ਦੇ ਬਖਸ਼ ਸਿਰਪਾਓ ਪ੍ਰਾਪਤ ਕਰੋ ਜੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ, ਸਰਤ ਖਾਲਸਾ ਜੀ ਨੂੰ ਫਤਿਹ ਬੁਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।
कर कृपा प्रभ दीन दयाला, तेरी ओट पूरन गोपाला। कर कृपा प्रभ दीन दयाला, तेरी ओट पूरन गोपाला। कर कृपा प्रभ पूरा, अंतर्गामी सो प्रभ पूरा। दान दे साधु की तूरा, कर कृपा प्रभ दीन दयाला, तेरी ओट पूरन गोपाला। कर कृपा प्रभ दीन दयाला, तेरी ओट पूरन गोपाला। कर कृपा जल थाल महिल रहा भरपूरे, जल थाल महिल रहा भरपूरे। निकट वसै नाही प्रभ दूरे, कर कृपा प्रभ दीन दयाला, तेरी ओट पूरन गोपाला। कर कृपा प्रभ दीन दयाला, तेरी ओट पूरन गोपाला। कर कृपा जिसनू नदर करे सो त्याए, जिसनू नदर करे जिसनो नदर करे सो त्याए। आठ पहर हर के गुण गाए, कर कृपा प्रभ दीन दयाला, तेरी ओट पूरन गोपाला। कर कृपा प्रभ दीन